Hi guys, welcome back to the channel Mr. Singh Educations. Welcome to the Indian Polity classes for all the competitive exams. Students, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਨਿਊ ਕਲਾਸਿਸ ਸਟਾਰਟ ਕੀਤੀਆਂ ਜਿਹੜੀਆਂ ਕਿ ਇਸ ਚੈਨਲ ਤੇ ਤੁਹਾਨੂੰ ਪੋਲੀਟੀਕਲ ਸਾਇੰਸ ਲਈ ਹਰੇਕ ਤਰ੍ਹਾਂ ਦੇ ਕੰਪੀਟੀਟਿਵ ਐਗਜ਼ਾਮ ਲਈ ਹੈਲਪਫੁਲ ਹੋਣਗੀਆਂ ਇਹ ਕਲਾਸਿਸ। ਸਟੂਡੈਂਟਸ ਆਪਾਂ ਲਾਸਟ ਕਲਾਸਿਸ ਦੇ ਵਿੱਚ ਹੌਲੀ ਹੌਲੀ ਆਪਾਂ ਕਰ ਰਹੇ ਹਾਂ। ਪਹਿਲਾਂ ਥੋੜਾ ਬੇਸਿਕ ਸਟਰਕਚਰ ਕਰਿਆ ਸੀ ਆਪਾਂ ਇੰਡੀਅਨ ਪੋਲੀਟੀ ਦਾ, ਉਸ ਤੋਂ ਬਾਅਦ ਆਪਾਂ ਥੋੜ੍ਹਾ ਜਿਹਾ ਦੇਖਿਆ ਸੀ ਵੀ ਆਪਣੇ ਜਿਹੜਾ ਹੈਗਾ ਹਿਸਟੋਰੀਕਲ ਬੈਕਗਰਾਊਂਡ ਕੀ ਚੀਜ਼ ਹੈਗੀ ਹੈ। ਆਪਣਾ ਕੰਪਨੀ ਰੂਲ ਜਿਹੜਾ ਹੈਗਾ ਕਰ ਲਿਆ ਗਿਆ। ਸਟੂਡੈਂਟਸ ਇਸ ਤੋਂ ਪਹਿਲਾਂ ਆਪਾਂ ਕੀ ਜਿਹੜਾ ਹੈਗਾ ਅੱਗੇ ਆਪਾਂ ਆਪਣੇ ਲੈਕਚਰ ਵੱਲ ਵਧੀਏ, ਆਪਣੀ ਸਟੱਡੀ ਵੱਲ ਵਧੀਏ। ਉਸ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਕੰਗ੍ਰੈਚੁਲੇਸ਼ਨਸ ਫੋਰ ਸਕਸੈਸਫੁਲ ਲੈਂਡਿੰਗ ਆਫ ਚੰਦਰਯਾਨ 3। ਤਾਂ ਕਿ ਇਹ ਪੂਰੇ ਵਿਸ਼ਵ ਦੇ ਵਿੱਚ ਇੰਡੀਆ ਨੇ ਇੱਕ ਹਿਸਟਰੀ ਕ੍ਰੀਏਟ ਕਰ ਦਿੱਤੀ ਹੈ। ਇੰਡੀਆ ਨੇ ਫਿਰ ਤੋਂ ਪ੍ਰੂਵ ਕਰ ਦਿੱਤਾ ਕਿ ਇੰਡੀਆ ਜਿਹੜਾ ਹੈਗਾ, ਇੰਡੀਆ ਦੀ ਜਿਹੜੀ ਸਪੇਸ ਏਜੰਸੀ ਹੈ ਉਹ ਵੀ ਕੀ ਹੈ ਜਿਹੜਾ ਹੈਗਾ ਪੂਰੇ ਵਰਲਡ ਦੀ ਤਰ੍ਹਾਂ, ਜਿਹੜਾ ਅਮਰੀਕਾ ਰਸ਼ੀਆ ਦੀ ਤਰ੍ਹਾਂ ਕੀ ਹੈ ਜਿਹੜਾ ਹੈਗਾ ਉਹ ਕੀ ਹੈ ਆਪਦੇ ਆਪ ਨੂੰ ਜਿਹੜਾ ਹੈਗਾ ਸ੍ਰੇਸ਼ਟ ਸਾਬਿਤ ਕਰ ਸਕਦੀ ਹੈ। ਅਤੇ ਇਸ ਤਰ੍ਹਾਂ ਹੀ ਜਿਹੜਾ ਕੀ ਹੈ ਚੰਦਰਯਾਨ 3 ਜਿਹੜਾ ਹੈਗਾ ਉਹਨਾਂ ਨੇ ਲਾਂਚ ਕੀਤਾ ਸੀ 14 ਜੁਲਾਈ 2023 ਦੇ ਵਿੱਚ, ਜਿਹਦਾ ਵੇਟ ਹੈਗਾ ਸੀ 3900 kg। ਜਿਹਨੂੰ ਓਪਰੇਟ ਕਿਹਨੇ ਕੀਤਾ ਸੀ? ਓਪਰੇਟਿੰਗ ਏਜੰਸੀ ਜਿਹੜੀ ਹੈਗੀ ਸੀ ਉਹ ਹੈਗੀ ਸੀ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਜਿਹਨੂੰ ਆਪਾਂ ਕੀ ਇਸਰੋ ਦੇ ਨਾਮ ਨਾਲ ਜਾਣਦੇ ਹਾਂ। ਠੀਕ ਹੈ, ਤਾਂ ਇਸ ਦੇ ਵਿੱਚ ਜਿਹੜਾ ਰੋਕੇਟ ਯੂਜ਼ ਕੀਤਾ ਗਿਆ, ਰੋਕੇਟ ਦਾ ਨਾਮ ਹੈਗਾ LVM-3M4। ਠੀਕ ਹੈ, ਤਾਂ ਇਹ ਤੁਸੀਂ ਥੋੜ੍ਹਾ ਜਿਹਾ ਧਿਆਨ ਰੱਖਣਾ ਜਿਹੜਾ ਹੈਗਾ ਆਪਣਾ ਥੋੜ੍ਹਾ ਬਹੁਤਾ ਕਈਆਂ ਵਾਰੀ ਕੁਐਸਚਨ ਆ ਜਾਂਦੇ ਹੈਗੇ ਐਗਜ਼ਾਮਸ ਦੇ ਵਿੱਚ ਕਰੰਟ ਅਫੇਅਰਸ ਦੇ ਨਾਲ ਰਿਲੇਟਡ। ਤਾਂ ਕਿ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਸੀ ਚੰਦਰਯਾਨ ਜਿਹੜਾ 3 ਹੈਗਾ ਇਹ ਕੀ ਜਿਹੜਾ ਹੈਗਾ ਸੀ ਆਪਣਾ ਤੀਸਰਾ ਮਿਸ਼ਨ ਹੈਗਾ ਸੀ, ਸਪੇਸ ਮਿਸ਼ਨ ਹੈਗਾ ਸੀ, ਲੂਨਰ ਮਿਸ਼ਨ ਜਿਹੜਾ ਹੈਗਾ ਸੀ। ਠੀਕ ਹੈ, ਚੰਦ ਵਾਸਤੇ। ਤਾਂ ਹੁਣ ਕੀ ਇਹਦੇ ਵਿੱਚ ਕੀ ਹੋਇਆ, ਇਸਰੋ ਨੇ ਜਿਹੜਾ ਹੈਗਾ ਸੀ 14 ਜੁਲਾਈ 2023 ਨੂੰ ਕੀ ਹੈ ਇਸ ਨੂੰ ਲਾਂਚ ਕੀਤਾ। ਤਾਂ ਇਹਦਾ ਜਿਹੜਾ ਹੈਗਾ ਲੈਂਡਰ ਹੈਗਾ ਜਿਹੜਾ ਕੀ ਹੈ ਉੱਥੇ ਜਾ ਕੇ ਲੈਂਡ ਕਰੇਗਾ। ਠੀਕ ਹੈ, ਅਤੇ ਉੱਥੋਂ ਦੀ ਮੂਨ 'ਤੇ ਜਾ ਕੇ ਉੱਥੇ ਕੀ ਹੈ ਜਿਹੜਾ ਹੈਗਾ ਚੰਦ 'ਤੇ ਜਾ ਕੇ ਸਟੱਡੀ ਕਰੇਗਾ ਉੱਥੋਂ ਦੀ ਇਨਵਾਇਰਮੈਂਟ ਦੀ, ਉੱਥੇ ਇਨਵਾਇਰਮੈਂਟ ਹੈ ਰਿਲਾਇਬਲ ਰਹਿਣ ਵਾਸਤੇ ਕਿ ਨਹੀਂ ਹੈ। ਤਾਂ ਉਹ ਜਿਹੜਾ ਹੈਗਾ ਵਿਕਰਮ ਲੈਂਡਰ ਉਹਦਾ ਨਾਮ ਹੈਗਾ। ਠੀਕ ਹੈ, ਜਿਹੜਾ ਲੈਂਡਰ ਹੈਗਾ ਜਿਹੜਾ ਉੱਥੇ ਲੈਂਡ ਕਰੇਗਾ ਅਤੇ ਉੱਥੇ ਦੀ ਸਾਰੀ ਸਟੱਡੀ ਕਰੇਗਾ। ਅਤੇ ਜਿਹੜਾ ਰੋਵਰ ਹੈਗਾ, ਰੋਵਰ ਦਾ ਨਾਮ ਕੀ ਹੈਗਾ ਉਹ ਹੈਗਾ ਪ੍ਰਯਾਗਯਾਨੀ। ਠੀਕ ਹੈ, ਪ੍ਰਯਾਗਯਾਨ ਜਿਹੜਾ ਹੈਗਾ ਉਹ ਕੀ ਹੈਗਾ ਇਹਦਾ ਜਿਹੜਾ ਹੈਗਾ ਰੋਵਰ ਹੈਗਾ ਸੀ। ਤਾਂ ਇਹ ਤੁਸੀਂ ਦੋ ਤਿੰਨ ਕੁਐਸਚਨਸ ਤੁਹਾਡੇ ਲਈ ਬਣ ਸਕਦੇ ਨੇ। ਤੁਹਾਨੂੰ ਇੱਕ ਇਹ ਪੁੱਛ ਲਿਆ ਜਾਏਗਾ ਕਿ ਜਿਹੜਾ ਹੈਗਾ ਸੀ ਚੰਦਰਯਾਨ 3 ਦੇ ਵਿੱਚ ਕਿਹੜੇ ਲੈਂਡਰ ਦਾ ਨਾਮ ਕੀ ਸੀ ਜਾਂ ਕਿਹੜਾ ਲੈਂਡਰ ਯੂਜ਼ ਕੀਤਾ ਗਿਆ? ਤਾਂ ਵਿਕਰਮ ਲੈਂਡਰ ਹੈ। ਠੀਕ ਹੈ, ਅਤੇ ਰੋਵਰ ਕਿਹੜਾ ਸੀ ਉਹ ਹੈਗਾ ਸੀ ਪ੍ਰਯਾਗਯਾਨ। ਠੀਕ ਹੈ, ਇੱਕ ਹੋਰ ਕੀ ਹੈ ਜਿਹੜਾ ਹੈਗਾ ਸੀ ਇਹ ਆਪਣੇ ਇੰਡੀਆ ਦਾ ਜਿਹੜਾ ਹੈਗਾ ਸੀ ਮੇਡ ਇਨ ਇੰਡੀਆ ਜਿਹੜੀ ਆਪਣੀ ਕੰਪੇਨ ਜਿਹੜੀ ਸਟਾਰਟ ਕੀਤੀ ਗਈ ਗੌਰਮੈਂਟ ਆਫ ਇੰਡੀਆ ਦੁਆਰਾ। ਤਾਂ ਉਸ ਦੇ ਤਹਿਤ ਜਿਹੜਾ ਹੈਗਾ ਸੀ ਇਹ ਆਪਾਂ ਚੰਦਰਯਾਨ 3 ਮਿਸ਼ਨ ਜਿਹੜਾ ਆਪਾਂ ਲਾਂਚ ਕੀਤਾ ਸੀ। ਠੀਕ ਹੈ, ਰੋਕੇਟ। ਤਾਂ ਇਹ ਜਿਹੜਾ ਹੈਗਾ ਸੀ ਇੰਡੀਆ ਦੀ ਸਭ ਤੋਂ ਵੱਡੀ ਸਕਸੈਸ ਜਿਹੜੀ ਹੈਗੀ ਆ ਆਪਣੇ ਮੇਡ ਇਨ ਇੰਡੀਆ ਲਈ। ਠੀਕ ਹੈ, ਤੋ ਗਾਈਜ਼ ਤੁਹਾਨੂੰ ਵਨਸ ਅਗੇਨ ਵੈਰੀ ਕੰਗ੍ਰੈਚੁਲੇਸ਼ਨਸ। ਠੀਕ ਹੈ, ਆਲ ਆਫ ਯੂ। ਆਪਾਂ ਨੂੰ ਮਾਣ ਹੋਣਾ ਚਾਹੀਦਾ ਵੀ ਆਪਾਂ ਕੀ ਹੈ ਭਾਰਤੀ ਹੈਗੇ, ਆਪਾਂ ਭਾਰਤ ਦੇ ਲੋਕ ਹੈਗੇ। ਤਾਂ ਅੱਗੇ ਆਪਾਂ ਵੱਧਦੇ ਹੈਗੇ, ਅੱਗੇ ਆਪਾਂ ਸਟਾਰਟ ਕਰਦੇ ਆਪਣਾ ਲੈਕਚਰ। ਤਾਂ ਲੈਕਚਰ ਦੇ ਵਿੱਚ ਆਪਾਂ ਕਰ ਰਹੇ ਸੀ ਰਾਜੇ ਆਪਾਂ ਸਟੂਡੈਂਟਸ ਆਪਾਂ ਗੱਲ ਕਰ ਰਹੇ ਸੀ ਵੀ ਆਪਾਂ ਜਿਹੜਾ ਹੈਗਾ ਸੀ ਹਿਸਟੋਰੀਕਲ ਬੈਕਗਰਾਊਂਡ ਨੂੰ ਕਿ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ, ਕੰਪਨੀ ਰੂਲ ਦੇ ਵਿੱਚ। ਠੀਕ ਹੈ, ਅਤੇ ਇੱਕ ਹੀ ਆਪਾਂ ਕੀਤਾ ਗਿਆ ਕਰਾਊਨ ਰੂਲ ਦੇ ਵਿੱਚ। ਠੀਕ ਹੈ, ਤਾਂ ਹੁਣ ਆਪਾਂ ਕੰਪਨੀ ਰੂਲ ਕਰ ਲਿਆ। ਕੰਪਨੀ ਰੂਲ ਦੇ ਵਿੱਚ ਕੀ ਹੈ ਜਿਹੜਾ ਹੈਗਾ ਕੰਪਨੀ ਰੂਲ ਜਿਹੜਾ ਹੈਗਾ 1773 ਤੋਂ ਲੈ ਕੇ 1853 ਤੱਕ ਜਿਹੜਾ ਹੈਗਾ ਸੀ ਚੱਲਿਆ। ਠੀਕ ਹੈ, ਉਸ ਤੋਂ ਬਾਅਦ ਕੀ ਸੀ 1857 ਦੇ ਵਿੱਚ ਕੀ ਹੋਏਗਾ ਸੀ ਇੱਕ ਆਪਾਂ ਸਪੇਮੋਟਨੀ ਇਹਨੂੰ ਕਹਿ ਦਈਏ ਜਾਂ ਫਿਰ ਕੀ ਆਪਾਂ ਕਹਿ ਦਈਏ ਫਸਟ ਵਾਰ ਆਫ ਇੰਡੀਪੈਂਡੈਂਸ। ਠੀਕ ਹੈ, ਜਾਂ ਫਿਰ ਆਪਾਂ ਕੀ ਇਹਨੂੰ ਫਸਟ ਵਾਰ ਆਫ ਇੰਡੀਪੈਂਡੈਂਸ ਕਹਿ ਦਈਏ, ਜਿਹਦੇ ਵਿੱਚ ਕੀ ਸੀ ਜਿਹੜੇ ਬ੍ਰਿਟਿਸ਼ ਪਾਰਲੀਮੈਂਟ ਦੇ ਦੁਆਰਾ ਜਿਹੜੇ ਜੋ ਵੀ ਕਾਊਂਸਿਲ ਬਣਾਈਆਂ ਸੀ ਉਹਨਾਂ ਦੇ ਅੰਡਰ ਜਿਹੜੇ ਸਿਪਾਹੀ ਕੰਮ ਕਰਦੇ ਸੀ ਜਾਂ ਉਹਨਾਂ ਦੇ ਜਿਹੜੇ ਹੈਗੇ ਸੀ ਉਹਨਾਂ ਦੇ ਅੰਡਰ ਕੰਮ ਕਰਨ ਵਾਲੇ ਜਿਹੜੇ ਆਪਣੇ ਲੋਕ ਹੈਗੇ ਸੀ ਭਾਰਤੀ ਲੋਕ, ਉਹਨਾਂ ਨੇ ਕੀ ਕੀਤਾ ਸੀ ਉਹਨਾਂ ਦੇ ਖਿਲਾਫ ਹੀ ਜਿਹੜਾ ਹੈਗਾ ਸੀ ਆਪਾਂ ਬਗਾਵਤ ਕਰ ਦਿੱਤੀ ਸੀ। ਇੱਕ ਹਿਸਾਬ ਨਾਲ ਬਗਾਵਤ ਹੀ ਕੀਤੀ ਸੀ ਉਹਨਾਂ ਦੇ ਖਿਲਾਫ। ਤਾਂ ਕੀ ਹੈ ਵੀ ਸਾਡੇ ਦੇਸ਼ ਨੂੰ ਜਿਹੜਾ ਹੈਗਾ ਆਜ਼ਾਦ ਕੀਤਾ ਜਾਵੇ। ਠੀਕ ਹੈ, ਤਾਂ ਇਸ ਲਈ ਇਸ ਨੂੰ ਕੀ ਕਿਹਾ ਜਾਂਦਾ ਫਸਟ ਵਾਰ ਆਫ ਇੰਡੀਪੈਂਡੈਂਸ ਵੀ ਕਿਹਾ ਜਾਂਦਾ, ਜਿਹਦੇ ਵਿੱਚ ਕਿ ਬਹੁਤ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਜਿਹੜੇ ਲੋਕਾਂ ਨੂੰ ਕੀ ਹੌਲੀ ਹੌਲੀ ਪਤਾ ਲੱਗ ਗਿਆ ਸੀ ਵੀ ਜਿਹੜਾ ਹੈਗਾ ਵੀ ਕੀ ਹੈਗਾ ਹੌਲੀ ਹੌਲੀ ਅੰਗਰੇਜ਼ ਜਿਹੜੇ ਹੈਗੇ ਸਾਨੂੰ ਹੋਰ ਜ਼ਿਆਦਾ ਮਤਲਬ ਗੁਲਾਮ ਸਾਡੇ ਹੱਕ ਹੀ ਸਾਰੇ ਖਾ ਰਹੇ ਨੇ, ਸਾਡੇ ਹੱਕ ਸਾਰੇ ਛੀਨੇ ਜਾ ਰਹੇ ਨੇ, ਖਤਮ ਕੀਤੇ ਜਾ ਰਹੇ ਨੇ। ਤਾਂ ਇਹ ਹੈਗਾ ਸੀ। ਠੀਕ ਹੈ, ਤਾਂ ਹੁਣ ਕਰਾਊਨ ਰੂਲ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈਗਾ ਐਕਟ ਹੈਗਾ ਉਹ ਹੈਗਾ ਗੌਰਮੈਂਟ ਆਫ ਇੰਡੀਆ ਐਕਟ 1858। ਠੀਕ ਹੈ, ਗੌਰਮੈਂਟ ਆਫ ਇੰਡੀਆ ਐਕਟ 1858 ਵਾਲਾ ਐਕਟ ਹੈਗਾ। ਠੀਕ ਹੈ, ਜਿਹਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਉਹਦਾ ਮਹੱਤਤਾ ਕੀ ਸੀ, ਉਹਦੀ ਇੰਪੋਰਟੈਂਸ ਕੀ ਸੀ, ਉਹਦੀ ਆਪਾਂ ਗੱਲ ਕਰਦੇ ਹਾਂ। This significant act was enacted
in the wake of the revolt of 1857, also known as the first war of independence or the Sepoy Mutiny। ठीक, ਤਾਂ ਆਪਾਂ ਉਹੀ ਗੱਲ ਕੀਤੀ ਹੈ ਵੀ ਤੁਹਾਨੂੰ ਪਹਿਲੇ ਦੱਸਿਆ 1857 ਦੇ ਵਿੱਚ ਕੀ ਹੋਇਆ ਸੀ, ਫਸਟ ਵਾਰ ਆਫ ਇੰਡੀਪੈਂਡੈਂਸ, ਜਿਹੜੀ ਕਿ ਸੀ ਭਾਰਤ ਮਤਲਬ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਪਹਿਲੀ ਜਿਹੜੀ ਹੈਗੀ ਸੀ ਲੜਾਈ, ਜਾਂ ਫਿਰ ਕਿ ਇਹਨੂੰ ਕਿ ਸਿਪਾਹੀ ਮਿਊਟਨੀ ਕਿਹਾ ਜਾਂਦਾ। ਠੀਕ ਹੈ, ਸਿਪਾਹੀ ਮਿਊਟਨੀ। ਤਾਂ ਇਹ ਕੀ ਹੈ ਜਿਹੜਾ ਹੈਗਾ ਸੀ, ਇਹ ਹੋਇਆ ਰਿਵੋਲਟ ਹੋਇਆ ਅੰਗਰੇਜ਼ਾਂ ਖਿਲਾਫ। ਤਾਂ ਅੰਗਰੇਜ਼ ਜਿਹੜੇ ਹੈਗੇ ਸੀ ਉਹ ਕੀ ਚੁਕੰਨੇ ਹੋ ਗਏ। ਠੀਕ ਹੈ, ਇਸ ਕਰਕੇ ਉਹਨਾਂ ਨੇ ਕੀ ਕੀਤਾ, ਕੰਪਨੀ ਨੂੰ ਖ਼ਤਮ ਕਰਕੇ, ਕੰਪਨੀ ਅਨਸਫੀਸ਼ੈਂਟ ਸਾਬਤ ਹੋਈ, ਅਨਸਕਸੈਸਫੁਲ ਸਾਬਤ ਹੋਈ ਹੈ ਇਸ ਚੀਜ਼ ਨੂੰ ਇੰਡੀਅਨ 'ਤੇ ਕੰਟਰੋਲ ਕਰਨ ਲਈ। ਇਸ ਕਰਕੇ ਗੌਰਮੈਂਟ ਆਫ ਬ੍ਰਿਟੇਨ ਨੇ, ਠੀਕ ਹੈ, ਬ੍ਰਿਟਿਸ਼ ਪਾਰਲੀਮੈਂਟ ਨੇ ਕੀ ਜਿਹੜਾ ਹੈਗਾ ਉਹ ਜਿਹੜਾ ਹੈਗਾ ਸਟਾਰਟ ਕਰਿਆ ਕੀ ਹੈ ਦੁਬਾਰਾ ਤੋਂ ਫਿਰ ਤੋਂ ਉਹਨਾਂ ਨੇ ਕੀ ਜਿਹੜਾ ਹੈਗਾ ਇੰਡੀਆ 'ਤੇ ਡਾਇਰੈਕਟ ਰੂਲ ਜਿਹੜਾ ਸਟਾਰਟ ਕੀਤਾ, ਜਿਹਨੂੰ ਆਪਾਂ ਕਿ ਕਰਾਊਨ ਰੂਲ ਦੇ ਨਾਮ ਨਾਲ ਜਾਣਦੇ ਹਾਂ। ਠੀਕ ਹੈ, ਤਾਂ ਹੁਣ ਕੀ ਇਹਦੇ ਵਿੱਚ ਕੀ ਕੀਤਾ ਗਿਆ, ਦ ਐਕਟ ਨੋਨ ਐਜ਼ ਦਾ ਐਕਟ ਫॉर द ਗੁੱਡ ਗਵਰਨਮੈਂਟ ਆਫ ਇੰਡੀਆ। ਠੀਕ ਹੈ, ਤਾਂ ਇਹ ਐਕਟ ਦੇ ਦੌਰਾਨ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ 1858 ਦੇ ਵਿੱਚ ਲਿਆਂਦਾ ਗਿਆ, ਇਹਨੂੰ ਕੀ ਹੈ ਅੰਗਰੇਜ਼ਾਂ ਨੇ ਕੀ ਕਿਹਾ ਸੀ, ਬ੍ਰਿਟਿਸ਼ਰਸ ਨੇ ਕੀ ਕਿਹਾ ਸੀ, ਦ ਐਕਟ ਫॉर द ਗੁੱਡ ਗਵਰਨਮੈਂਟ ਆਫ ਇੰਡੀਆ। ਠੀਕ ਹੈ, ਮਤਲਬ ਕਿ ਸਰਕਾਰ ਵੀ ਭਾਰਤ ਦੇ ਵਾਸਤੇ ਜਿਹੜੀ ਹੈਗੀ ਸੀ ਲਾਹੇਵੰਦ, ਜਿਹੜੇ ਆਪਾਂ ਲਾਭਦਾਇਕ ਸਰਕਾਰ ਜਿਹੜਾ ਹੈਗਾ ਆਪਾਂ ਉਹਨੂੰ ਕਹਿ ਸਕਦੇ ਹਾਂ। ਠੀਕ ਹੈ, ਅਤੇ ਇਹ ਐਕਟ ਨੂੰ ਇਸ ਨਾਮ ਨਾਲ ਵੀ ਜਾਣਿਆ ਜਾਂਦਾ। ਤਾਂ ਇਹ ਧਿਆਨ ਰੱਖਣਾ, ਜਿਹੜਾ ਐਕਟ ਫॉर द ਗੁੱਡ ਗਵਰਨਮੈਂਟ ਆਫ ਇੰਡੀਆ, ਕਿਹੜੇ ਐਕਟ ਨੂੰ ਕਿਹਾ ਜਾਂਦਾ, ਗਵਰਨਮੈਂਟ ਆਫ ਇੰਡੀਆ ਐਕਟ 1858 ਨੂੰ। ਠੀਕ ਹੈ, ਤਾਂ ਹੁਣ ਕੀ ਹੈ, ਅਬੋਲਿਸ਼ ਦ ਈਸਟ ਇੰਡੀਅਨ ਕੰਪਨੀ ਐਂਡ ਟ੍ਰਾਂਸਫਰ ਦ ਪਾਵਰਸ ਆਫ ਗਵਰਨਮੈਂਟ ਟੈਰੀਟਰੀਜ਼ ਐਂਡ ਰੈਵਨਿਊਜ਼ ਟੂ ਦ ਬ੍ਰਿਟਿਸ਼ ਕਰਾਊਨ। ਠੀਕ ਹੈ, ਤਾਂ ਕੀ ਕੀਤਾ ਜਿਹੜਾ ਹੈਗਾ ਸੀ ਈਸਟ ਇੰਡੀਆ ਕੰਪਨੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ, ਅਤੇ ਜਿਹੜੀਆਂ ਵੀ ਪਾਵਰਸ ਹੈਗੀਆਂ ਸੀ, ਜੋ ਵੀ ਹੈਗੀ ਸੀ ਸਰਕਾਰ ਦੀਆਂ ਪਾਵਰਸ ਜਿਹੜੀ ਹੈਗੀ ਸੀ, ਉਹ ਸਾਰੀਆਂ ਸਰਕਾਰ ਜਿਹੜੀ ਕਿ ਬ੍ਰਿਟਿਸ਼ ਕਰਾਊਨ ਜਿਹੜੀ ਹੈਗੀ ਸੀ ਸੌਂਪ ਦਿੱਤੀਆਂ ਗਈਆਂ। ਠੀਕ ਹੈ, ਤਾਂ ਸਟੂਡੈਂਟਸ ਆਪਾਂ ਇੱਕ ਵਰਡ ਕੀਤਾ ਜਿਹੜਾ ਹੈਗਾ ਸਿਪਾਹੀ ਮਿਊਟਨੀ। ਠੀਕ ਹੈ, ਸਿਪਾਹੀ ਦਾ ਮਤਲਬ ਕੀ ਹੁੰਦਾ ਹੈ, ਐਨ ਇੰਡੀਅਨ ਸੋਲਜਰ ਸਰਵਿੰਗ ਅੰਡਰ ਦ ਬ੍ਰਿਟਿਸ਼ ਔਰ ਅਦਰ ਯੂਰਪੀਅਨ ਆਰਡਰਸ। ਠੀਕ ਹੈ, ਮਤਲਬ ਕੀ ਹੈ ਜਿਹੜਾ ਕੀ ਹੈ ਵੀ ਉਹ ਭਾਰਤੀ ਦੇ ਜਿਹੜਾ ਹੈਗਾ ਸੀ ਆਪਾਂ ਕਹਿ ਸਕਦੇ ਕਿ ਸੋਲਜਰ ਸਿਪਾਹੀ ਜਿਹੜਾ ਕਿਸੇ ਬ੍ਰਿਟਿਸ਼ ਲੋਕਾਂ ਦੇ ਅੰਡਰ ਕੰਮ ਕਰਦਾ ਸੀ, ਜਾਂ ਫਿਰ ਕੋਈ ਵੀ ਯੂਰਪੀਅਨ ਮਤਲਬ ਕਿ ਯੂਰਪੀਅਨ ਲੋਕਾਂ ਦੇ ਅੰਡਰ ਕੰਮ ਕਰਨ ਵਾਲੇ ਜਿਹੜੇ ਲੋਕ ਹੈਗੇ ਸੀ ਉਹਨਾਂ ਨੂੰ ਕੀ ਸਿਪਾਹੀ ਕਿਹਾ ਜਾਂਦਾ ਸੀ। ਹੁਣ ਕੀ ਮਿਊਟਨੀ ਦਾ ਮਤਲਬ ਕੀ ਹੈਗਾ, ਐਨ ਓਪਨ ਰੇਬੇਲੀਅਨ ਅਗੇਂਸਟ ਦਾ ਪ੍ਰੋਪਰ ਅਥੋਰਿਟੀਜ਼ ਸਪੈਸ਼ਲੀ ਬਾਏ ਦਾ ਸੋਲਜਰਸ ਅਗੇਂਸਟ ਦੇਅਰ ਆਫਿਸਰਸ। ਠੀਕ ਹੈ, ਤਾਂ ਮਤਲਬ ਕੀ ਉਹੀ ਹੈ ਵੀ ਜਿਹੜਾ ਕੀ ਹੈ ਵੀ ਅਫਸਰਾਂ ਦੇ ਖਿਲਾਫ ਕੀ ਹੈ ਜਿਹੜਾ ਹੈਗਾ ਖੁੱਲ੍ਹੇ ਤੌਰ 'ਤੇ ਸਿੱਧੇ ਤੌਰ 'ਤੇ ਜਿਹੜੀ ਹੈਗੀ ਹੈ ਆਪਾਂ ਬਗਾਵਤ ਕਰ ਦਿੱਤੀ ਜਾਂਦੀ ਸੀ, ਉਹਨੂੰ ਕੀ ਹੈ ਮਿਊਟਨੀ ਕਿਹਾ ਜਾਂਦਾ। ਠੀਕ ਹੈ, ਤਾਂ ਇਹ ਮੀਨਿੰਗਸ ਆਈ ਥਿੰਕ ਸੋ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਤਾਂ ਆਪਾਂ ਕੀ ਹੈ ਅੱਗੇ ਵਧਦੇ ਹੈਗੇ, ਆਪਾਂ ਵਧਦੇ ਹੈਗੇ ਹਾਂ ਫੀਚਰਸ, ਇਸਦੇ ਫੀਚਰਸ ਕੀ ਹੈਗੇ ਸੀ, ਇਸ ਦੇ ਮਤਲਬ ਕਿ ਕਿਹੜੇ ਇੰਪੋਰਟੈਂਟ ਚੀਜ਼ਾਂ ਹੈਗੀਆਂ ਸੀ ਇਸ ਦੇ ਵਿੱਚ। ਤਾਂ ਫਸਟ ਜਿਹੜਾ ਇੰਪੋਰਟੈਂਟ ਫੀਚਰ ਹੈਗਾ ਸੀ ਇਟ ਦਾ ਮਤਲਬ ਇੱਥੇ ਕੀ ਹੈ ਇੰਡੀਆ ਨੂੰ ਆਪਾਂ ਲੈ ਸਕਦੇ। ਠੀਕ ਹੈ, ਇੰਡੀਆ ਗਵਰਨਡ ਬਾਏ ਦਾ ਬ੍ਰਿਟਿਸ਼ ਪਾਰਲੀਮੈਂਟ ਔਨ ਦਾ ਨੇਮ ਆਫ ਕੁਈਨ। ਠੀਕ ਹੈ, ਦਾ ਕੀ ਕੁਈਨ ਦੇ ਨਾਮ 'ਤੇ ਕੀ ਜਿਹੜਾ ਹੈਗਾ ਸੀ ਬ੍ਰਿਟਿਸ਼ ਨੂੰ ਜਿਹੜਾ ਇੰਡੀਆ ਨੂੰ ਕੀ ਹੈ ਬ੍ਰਿਟਿਸ਼ ਪਾਰਲੀਮੈਂਟ ਕੀ ਉਹਨੂੰ ਕੀ ਹੈ ਕੁਈਨ ਦੇ ਨਾਮ 'ਤੇ ਕੀ ਚਲਾਵੇਗੀ ਪੂਰੇ ਭਾਰਤ ਨੂੰ। ਠੀਕ ਹੈ, ਇਟ ਚੇਂਜ ਦਾ ਡੈਜ਼ਿਗਨੇਸ਼ਨ ਆਫ ਗਵਰਨਰ ਜਨਰਲ ਐਜ਼ ਗਵਰਨਰ ਜਨਰਲ ਆਫ ਇੰਡੀਆ ਟੂ ਦੈਟ ਆਫ ਦਾ ਵਾਇਸਰਾਏ ਆਫ ਇੰਡੀਆ। ਠੀਕ ਹੈ, ਤਾਂ ਕੀ ਹੈ ਜੇ ਡੈਜ਼ਿਗਨੇਸ਼ਨ ਮਤਲਬ ਕਿ ਉਹਦਾ ਅਹੁਦਾ, ਸਿਰਫ ਉਹਦਾ ਨਾਮ ਚੇਂਜ ਕੀਤਾ ਗਿਆ, ਉਹਦਾ ਅਹੁਦੇ ਨੂੰ ਚੇਂਜ ਕਰ ਦਿੱਤਾ ਗਿਆ। ਗਵਰਨਰ ਜਨਰਲ ਆਫ ਇੰਡੀਆ ਤੋਂ ਕੀ ਹੈ ਉਹਨੂੰ ਕੀ ਵਾਇਸਰਾਏ ਆਫ ਇੰਡੀਆ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਠੀਕ ਹੈ, ਤਾਂ ਜਿਹੜਾ ਹੈਗਾ ਸੀ ਵਾਇਸਰਾਏ ਦੇ ਨਾਮ ਨਾਲ ਜਾਣ ਲੱਗਿਆ। ਠੀਕ ਹੈ, ਵਾਇਸਰਾਏ ਵਾਜ਼ ਦਾ ਡਾਇਰੈਕਟ ਰਿਪਰੈਜ਼ੈਂਟੇਟਿਵ ਆਫ ਬ੍ਰਿਟਿਸ਼ ਕਰਾਊਨ ਇਨ ਇੰਡੀਆ। ਠੀਕ ਹੈ, ਤਾਂ ਜਿਹੜਾ ਵਾਇਸਰਾਏ ਹੁੰਦਾ ਸੀ ਉਹ ਕੀ ਹੈ ਡਾਇਰੈਕਟ ਮਤਲਬ ਸਿੱਧੇ ਤੌਰ 'ਤੇ ਕੀ ਬ੍ਰਿਟਿਸ਼ ਕਰਾਊਨ ਦੁਆਰਾ ਜਿਹੜਾ ਹੈਗਾ ਸੀ ਚੁਣਿਆ ਜਾਣ ਵਾਲਾ ਇੱਕ ਆਪਾਂ ਕਹਿ ਰਹੀਏ ਜਿਹੜਾ ਬ੍ਰਿਟਿਸ਼ਰ ਪਰਸਨ ਹੈਗਾ ਸੀ, ਜਿਹੜਾ ਕਿ ਇੰਡੀਆ ਦੇ ਵਿੱਚ ਕੀ ਉਹਨੂੰ ਕੀ ਹੈ ਲਿਆਂਦਾ ਜਾਂਦਾ ਸੀ, ਉਹ ਕੀ ਇੱਥੇ ਆ ਕੇ ਜਿਹੜਾ ਹੈਗਾ ਸੀ ਰੂਲ ਕਰਦਾ ਸੀ। ਫਸਟ ਵਾਇਸਰਾਏ ਵਾਸ ਲਾਰਡ ਕਨਿੰਗ। ਠੀਕ ਹੈ, ਤਾਂ ਫਸਟ ਵਾਇਸਰਾਏ ਕੌਣ ਹੈਗਾ ਸੀ, ਲਾਰਡ ਕਨਿੰਗ ਹੈਗਾ ਸੀ। ਤਾਂ ਫਸਟ ਆਪਣਾ ਕੀ ਹੈ ਫਸਟ ਗਵਰਨਰ ਜਨਰਲ ਆਫ ਬੰਗਾਲ ਕੌਣ ਹੈਗਾ ਸੀ, ਉਹ ਹੈਗਾ ਸੀ ਵਾਰਨ ਹੈਸਟਿੰਗ। ਠੀਕ ਹੈ, ਇਹ ਧਿਆਨ ਰੱਖਣਾ ਹੈ। ਇਸ ਤੋਂ ਬਾਅਦ ਕੀ ਆਪਾਂ ਗੱਲ ਕੀਤੀ ਸੀ ਫਸਟ ਗਵਰਨਰ ਜਨਰਲ ਆਫ ਇੰਡੀਆ, ਤਾਂ ਇਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਕੌਣ ਹੈਗਾ ਸੀ। ਤਾਂ ਫਸਟ ਵਾਇਸਰਾਏ ਕੌਣ ਹੈਗਾ ਸੀ, ਲਾਰਡ ਕਨਿੰਗ ਹੈਗਾ ਸੀ। ਠੀਕ ਹੈ, ਇਹ ਧਿਆਨ ਰੱਖਣਾ ਰਾਜੇ। ਅੱਗੇ ਆਪਾਂ ਨੈਕਸਟ ਪੁਆਇੰਟ ਦੀ ਗੱਲ ਕਰਦੇ, ਨੈਕਸਟ ਫੀਚਰਸ ਦੀ ਗੱਲ ਕਰਨੇ ਆ। ਦਿਸ ਐਕਟ ਐਂਡਡ ਦਾ ਸਿਸਟਮ ਆਫ ਡਬਲ ਗਵਰਨਮੈਂਟ ਬਾਈ ਐਬੋਲਿਸ਼ਿੰਗ ਦਾ ਬੋਰਡ ਆਫ ਕੰਟਰੋਲ ਐਂਡ ਕੋਰਟ ਆਫ ਡਾਇਰੈਕਟਰਸ। ਠੀਕ ਹੈ, ਤਾਂ ਹੁਣ ਜਿਹੜਾ ਇਹ ਐਕਟ ਹੈਗਾ ਸੀ ਇਹਨੇ ਕੀ ਕੀਤਾ ਵੀ ਇਹ ਜਿਹੜੇ ਐਕਟ ਨੇ ਕੀ ਹੈ ਡਿਊਲ ਗਵਰਨਮੈਂਟ ਸਿਸਟਮ ਚੱਲ ਰਿਹਾ ਸੀ ਨੇ। ਡਿਊਲ ਗਵਰਨਮੈਂਟ ਸਿਸਟਮ ਅੱਗੇ ਵੀ ਗੱਲ ਕੀਤੀ ਹੈ ਵੀ ਜਿਵੇਂ ਆਪਾਂ ਕੀ ਸਟੇਟ ਗਵਰਨਮੈਂਟ ਸੈਂਟਰਲ ਗਵਰਨਮੈਂਟ ਹੁੰਦੀ, ਡਿਊਲ ਗਵਰਨਮੈਂਟ ਹੁੰਦੀ। ਠੀਕ ਹੈ, ਅਤੇ ਇਵੇਂ ਕੀ ਜਿਹੜਾ ਹੈਗਾ ਸੀ ਆਪਾਂ ਕੀ ਹੈ ਉਸ ਟਾਈਮ ਕੀ ਹੈ ਬ੍ਰਿਟਿਸ਼ਰਸ ਨੇ ਕੀ ਕੀਤਾ ਸੀ ਇੱਕ ਲਿਆਂਦਾ ਹੋਇਆ ਸੀ, ਇੱਕ ਸੈਟਅਪ ਕੀਤਾ ਹੋਇਆ ਸੀ ਬੋਰਡ ਆਫ ਕੰਟਰੋਲ ਅਤੇ ਕੋਰਟ ਆਫ ਡਾਇਰੈਕਟਰਸ। ਠੀਕ ਹੈ, ਤਾਂ ਹੁਣ ਬੋਰਡ ਆਫ ਕੰਟਰੋਲ ਦਾ ਕੀ ਕੰਮ ਹੁੰਦਾ ਸੀ ਅਤੇ ਕੋਰਟ ਆਫ ਡਾਇਰੈਕਟਰਸ ਦਾ ਕੀ ਕੰਮ ਹੁੰਦਾ ਸੀ, ਇਹ ਥੋੜ੍ਹਾ ਜਿਹਾ ਤੁਹਾਨੂੰ ਦੁਬਾਰਾ ਤੋਂ ਦੱਸ ਦਿੰਦੇ, ਵੈਸੇ ਆਪਾਂ ਲਾਸਟ ਕਲਾਸਿਸ ਦੇ ਵਿੱਚ ਡਿਸਕਸ ਕੀਤਾ ਹੈ। ਤਾਂ ਬੋਰਡ ਆਫ ਕੰਟਰੋਲ ਕੀ ਹੈਗਾ ਸੀ, ਵੰਸ ਦਾ
Pitt's India Act was signed in 1784, there was more government control under PM ਵਿਲੀਅਮ ਪਿਟ। ਠੀਕ ਹੈ, ਤਾਂ ਹੁਣ ਕੀ ਪਿਟਸ ਇੰਡੀਆ ਐਕਟ ਜਦੋਂ ਲਿਆਂਦਾ ਗਿਆ 1784 ਦੇ ਵਿੱਚ ਕੀ ਵਿਲੀਅਮ ਪਿਟ ਦੇ ਦੁਆਰਾ PM ਜਿਹੜਾ ਉੱਥੋਂ ਦਾ ਹੈਗਾ ਸੀ, ਤਾਂ ਉਹਨੇ ਕੀ ਕੀਤਾ, ਜਿਹੜਾ ਉਹਨੇ ਕੀ ਇੱਕ ਨਿਊ ਕਮੇਟੀ ਨੂੰ ਕ੍ਰੀਏਟ ਕੀਤਾ। ਠੀਕ ਹੈ, ਜਿਹੜੀ 6 ਮੈਂਬਰੀ ਕਮੇਟੀ ਹੈਗੀ ਸੀ, ਜਿਹਨੂੰ ਆਪਾਂ ਕੀ ਹੈ ਕਾਉਂਸਲਰਸ। ਠੀਕ ਹੈ, ਕਾਉਂਸਲਰਸ ਆਪਾਂ ਕਿਹਾ ਸੀ ਨਾ, ਤੁਹਾਨੂੰ ਸ਼ਾਇਦ ਯਾਦ ਹੋਵੇ, ਤਾਂ ਤੁਸੀਂ ਜੇ ਨਹੀਂ ਯਾਦ ਹੈਗਾ ਤਾਂ ਲਾਸਟ ਕਲਾਸਿਸ ਦੇਖਣਾ, ਤੁਸੀਂ ਆਪਣੇ ਨੋਟਸ ਨੂੰ ਦੁਬਾਰਾ ਤਾਂ ਦੇਖਣਾ। ਠੀਕ ਹੈ, ਨੋਨ ਐਜ਼ ਦਾ ਬੋਰਡ ਆਫ ਕੰਟਰੋਲ। ਠੀਕ ਹੈ, ਜਿਹੜੇ 6 ਮੈਂਬਰਾਂ ਦੀ ਕਮੇਟੀ ਹੈਗੀ ਸੀ, ਉਹ ਕੀ ਜਿਹੜੀ ਹੈਗੀ ਸੀ, ਉਹ ਬੋਰਡ ਆਫ ਕੰਟਰੋਲ ਦੇ ਨਾਮ ਨਾਲ ਜਾਣੀ ਜਾਂਦੀ ਸੀ। ਠੀਕ ਹੈ, ਪਿਟਸ ਇੰਡੀਆ ਐਕਟ ਦੇ ਵਿੱਚ ਇਹਨੂੰ ਲਿਆਂਦਾ ਗਿਆ ਸੀ, 6 ਮੈਂਬਰਸ ਜਿਹੜੇ ਬਣਾਏ ਸੀ। ਠੀਕ ਹੈ, ਇਹ ਜਿਹੜੇ ਹੈਗੇ ਸੀ, ਇਹ ਕੀ ਕਰਦੇ ਸੀ, ਇਹ ਮੋਨੀਟਰ ਕਰਦੇ ਸੀ ਡਾਇਰੈਕਟ ਕੰਪਨੀ ਪੋਲਿਸੀਜ਼। ਠੀਕ ਹੈ, ਮਤਲਬ ਡਾਇਰੈਕਟ ਕੰਪਨੀ ਦੀ ਪੋਲਿਸੀਜ਼ ਜਿਹੜੀਆਂ ਹੁੰਦੀਆਂ ਸੀ ਨਾ, ਉਹ ਸਾਰੀਆਂ ਨੂੰ ਕੀ ਹੈ ਜਿਹੜਾ ਹੈਗਾ ਸੀ, ਬੋਰਡ ਆਫ ਕੰਟਰੋਲ ਦੇਖਦਾ ਸੀ। ਉਹ ਬੋਰਡ ਇੱਕ ਜਿਹੜਾ ਕੰਟਰੋਲ ਹੈਗਾ ਸੀ, 6 ਮੈਂਬਰਾਂ ਦੀ ਕਮੇਟੀ ਹੈਗੀ ਸੀ, ਉਹ ਸਾਰੇ ਹੀ ਕੀ ਜਿਹੜੇ ਹੈਗੇ ਸੀ, ਉਹਨੂੰ ਜਿਹੜਾ ਹੈਗਾ ਸੀ ਕੰਟਰੋਲ ਕਰਦੇ ਸੀ, ਉਹਨੂੰ ਦੇਖਦੇ ਸੀ ਇਹ ਜਿਹੜੇ ਕੰਪਨੀ ਕੀ ਸਹੀ ਕੰਮ ਕਰ ਰਹੀ ਜਾਂ ਨਹੀਂ ਕਰ ਰਹੀ। ਠੀਕ ਹੈ, ਅੱਗੇ ਆਪਾਂ ਗੱਲ ਕਰਦੇ ਹੈਗੇ ਕੋਰਟ ਆਫ ਡਾਇਰੈਕਟਰਸ। ਠੀਕ ਹੈ, ਤਾਂ ਕੋਰਟ ਆਫ ਡਾਇਰੈਕਟਰਸ ਜਿਹੜੇ ਹੈਗੇ ਸੀ, ਉਹ ਕੀ ਹੈਗੇ ਸੀ, ਇੱਕ ਐਗਜ਼ੈਕਟਿਵ ਬੋਡੀ ਹੈਗੀ ਸੀ, ਜਿਹੜੀ ਆਪਾਂ ਕਾਰਜਪਾਲਿਕਾ ਕਹਿ ਦਈਏ ਨਾ, ਉਹ ਇੱਕ ਤਰ੍ਹਾਂ ਦੀ ਕਾਰਜਪਾਲਿਕਾ ਹੈਗੀ ਸੀ ਈਸਟ ਇੰਡੀਆ ਕੰਪਨੀ ਦੀ, ਜਿਹੜੇ ਕੀ ਹੈਗੇ ਸੀ, ਮਤਲਬ ਕੀ ਹੈ ਨਾ, ਸਟਰੀਟਸ ਦੇ ਵਿੱਚ ਜਿਹੜੀ ਹੈਗੀ ਲੰਡਨ ਦੇ ਵਿੱਚ ਸਥਾਪਿਤ ਕੀਤੀ ਗਈ ਸੀ। ਅਤੇ ਇਹਦੇ ਵਿੱਚ ਜਿਹੜੇ ਸ਼ੇਅਰ ਹੋਲਡਰਸ ਹੈਗੇ ਸੀ ਕੰਪਨੀ ਦੇ, ਉਹ ਕੀ ਸਾਰਿਆਂ ਉਹਨਾਂ 'ਤੇ ਜਿਹੜਾ ਹੈਗਾ ਸੀ, ਉਹਨਾਂ ਦੇ ਪ੍ਰੋਪਰਟੀਜ਼ 'ਤੇ ਐਨੂਅਲੀ ਮੈਂਬਰਸ। ਠੀਕ ਹੈ, ਕੋਡ ਉਹ ਸਾਰਾ ਕੁਛ ਕੀ ਇਲੈਕਟਡ ਐਨੂਅਲੀ ਮੈਂਬਰਸ ਜਿਹੜੇ ਹੁੰਦੇ ਸੀ, ਉਹ ਇਹਦੇ ਵਿੱਚ ਕੰਮ ਕਰਦੇ ਸੀ। ਠੀਕ ਹੈ, ਅਤੇ ਉਹ ਸਾਰੇ ਦੇ ਸਾਰੇ ਹੀ ਕੀ ਹੈ, ਉਹਨਾਂ 'ਤੇ ਜਿਹੜਾ ਹੈਗਾ ਸੀ ਧਿਆਨ ਕੌਣ ਰੱਖਦਾ ਸੀ, ਉਹ ਰੱਖਦੀ ਸੀ ਕੋਰਟ ਆਫ ਡਾਇਰੈਕਟਰਸ ਜਿਹੜੀ ਹੈਗੀ ਸੀ, ਇੱਕ ਕਮੇਟੀ ਹੈਗੀ ਸੀ, ਉਹ ਸਾਰਾ ਇਹਨਾਂ ਲੋਕਾਂ ਦੇ ਵੱਲ ਧਿਆਨ ਰੱਖਦੀ ਸੀ। ਠੀਕ ਹੈ, ਤਾਂ ਕੋਰਟ ਆਫ ਜਿਹੜੀ ਬੋਰਡ ਆਫ ਕੰਟਰੋਲ ਜਿਹੜਾ ਹੈਗਾ ਸੀ, ਉਹ ਕੀ ਹੈਗਾ ਸੀ, ਇੱਕ ਕਮੇਟੀ ਹੈਗੀ ਸੀ ਵਿਲੀਅਮ ਪਿਟ ਦੁਆਰਾ ਜਿਹੜੀ ਸਥਾਪਿਤ ਕੀਤੀ ਗਈ ਸੀ, ਜਿਹੜੀ ਕੀ ਹੈ ਵੀ ਕੰਪਨੀ ਦੇ ਜਿਹੜੇ ਹੈਗੇ ਸੀ, ਕੰਪਨੀ ਨੂੰ ਮੋਨੀਟਰ ਕਰਦੀ ਸੀ, ਉਹਨੂੰ ਧਿਆਨ 'ਚ ਰੱਖਦੀ ਸੀ ਵੀ ਉਹ ਸਹੀ ਕੰਮ ਕਰ ਰਹੀ ਹੈ ਨਹੀਂ ਕਰ ਰਹੀ। ਅਤੇ ਕੋਰਟ ਆਫ ਡਾਇਰੈਕਟਰਸ ਕੀ ਹੈਗੀ ਸੀ, ਇੱਕ ਐਗਜ਼ੀਕਿਊਟਿਵ ਬੋਡੀ ਹੈਗੀ ਸੀ, ਇੱਕ ਕਾਰਜਪਾਲਿਕਾ ਤਰ੍ਹਾਂ ਕੰਮ ਕਰਦੀ ਸੀ ਵੀ ਉਹ ਸਹੀ ਕੰਮ ਹੋ ਰਿਹਾ ਨਹੀਂ ਹੋ ਰਿਹਾ, ਜੇ ਜਾਂ ਲੋਕਾਂ 'ਤੇ ਜਿਹੜੇ ਹੈਗਾ ਸੀ ਆਪਾਂ ਕੀ ਕਾਨੂੰਨ ਬਣਾਉਣਾ। ਠੀਕ ਹੈ, ਲੋਕਾਂ 'ਤੇ ਆਪਾਂ ਕਾਨੂੰਨ ਲਾਗੂ ਕਰਨਾ, ਇਹ ਸਾਰਾ ਕੰਮ ਕੀ ਹੁੰਦਾ, ਐਗਜ਼ੀਕਿਊਟਿਵ ਬੋਡੀ ਤੋਂ ਹੁੰਦਾ। ਠੀਕ ਹੈ, ਤਾਂ ਅੱਗੇ ਆਪਾਂ ਚੱਲਦੇ ਹੈਗੇ ਅੱਗੇ ਨੈਕਸਟ ਜਿਹੜਾ ਹੈਗਾ ਫੀਚਰ ਹੈਗਾ, ਉਹਦੇ 'ਚ ਗੱਲ ਕੀਤੀ ਗਈ ਹੈ, ਇਟ ਕ੍ਰੀਏਟਡ ਨਿਊ ਆਫਿਸ ਸੈਕਟਰੀ ਆਫ ਸਟੇਟ ਫॉर ਇੰਡੀਆ। ਠੀਕ ਹੈ, ਉਹਨਾਂ ਨੇ ਕੀ ਕੀਤਾ, ਇਸ ਐਕਟ ਦੇ ਦੁਆਰਾ ਜਿਹੜਾ 1858 ਦਾ ਐਕਟ ਹੈਗਾ, ਇਹਦੇ ਵਿੱਚ ਕੀ ਕੀਤਾ, ਬ੍ਰਿਟਿਸ਼ ਕਰਾਊਨ ਨੇ ਇੱਕ ਹੋਰ ਕੰਮ ਕੀਤਾ, ਇਟ ਕ੍ਰੀਏਟਡ ਅ ਨਿਊ ਆਫਿਸ। ਠੀਕ ਹੈ, ਉਹਨਾਂ ਨੇ ਇੱਕ ਨਵਾਂ ਜਿਹੜਾ ਆਫਿਸ ਸਥਾਪਿਤ ਕੀਤਾ, ਜਿਹਨੇ ਕੀ ਕਿਸ ਨਾਮ ਨਾਲ ਜਾਣਿਆ ਜਾਂਦਾ, ਸੈਕਟਰੀ ਆਫ ਸਟੇਟ ਫॉर ਇੰਡੀਆ। ਠੀਕ ਹੈ, ਸੈਕਟਰੀ ਆਫ ਸਟੇਟ ਫॉर ਇੰਡੀਆ ਦੇ ਨਾਮ ਨਾਲ ਉਹ ਇੱਕ ਜਿਹੜੀ ਕਿ ਪੋਸਟ ਹੈਗੀ ਸੀ, ਉਹਨੂੰ ਕੀ ਸਥਾਪਿਤ ਕੀਤਾ ਗਿਆ, ਵੈਸਟਡ ਵਿਦ ਦ ਕੰਪਲੀਟ ਅਥੋਰਿਟੀ ਐਂਡ ਕੰਟਰੋਲ ਓਵਰ ਇੰਡੀਅਨ ਐਡਮਿਨਿਸਟ੍ਰੇਸ਼ਨ। ਠੀਕ ਹੈ, ਤਾਂ ਸਾਰੇ ਇੰਡੀਆ ਦੀ ਜਿਹੜੀ ਅਥੋਰਿਟੀ ਨੂੰ ਕੰਟਰੋਲ ਕੌਣ ਕਰਦਾ ਸੀ, ਉਹ ਕਰਦੇ ਸੀ ਇੰਡੀਅਨ ਐਡਮਿਨਿਸਟ੍ਰੇਸ਼ਨ ਨੂੰ ਕੰਟਰੋਲ ਕੌਣ ਕਰਦਾ ਸੀ, ਉਹ ਕਰਦਾ ਸੀ ਸੈਕਟਰੀ ਆਫ ਸਟੇਟ ਫॉर ਇੰਡੀਆ। ਠੀਕ ਹੈ, ਤਾਂ ਜਿਵੇਂ ਕਿ ਹੁਣ ਕਿ ਪ੍ਰਾਈਮ ਮਿਨਿਸਟਰ ਸਾਹਿਬ ਹੈਗੇ, ਪ੍ਰਾਈਮ ਮਿਨਿਸਟਰ ਸਾਹਿਬ ਕੀ ਪ੍ਰਧਾਨ ਮੰਤਰੀ ਹੁਣ ਕੀ ਸਾਰੇ ਦੇਸ਼ ਨੂੰ ਕੀ ਹੈ, ਉਹ ਕੰਟਰੋਲ ਕਰਦੇ ਨਾ। ਐਕਚੁਅਲ ਦੇ ਵਿੱਚ ਆਪਾਂ ਦੇਖੀਏ ਤਾਂ ਉਹਦੀ ਪਾਵਰਸ ਜਿਹੜੀ ਹੈ ਦੇਖੀਏ, ਅਤੇ ਐਵੇਂ ਕੀ ਹੈ ਉੱਥੇ ਜਿਹੜਾ ਹੈਗਾ ਸੀ ਵੀ PM ਦੇ ਬਰਾਬਰ ਦੀ ਆਪਾਂ ਗੱਲ ਕਰ ਲਈ ਪਾਵਰਸ ਹੈਗੇ ਸੀ ਸੈਕਟਰੀ ਆਫ ਸਟੇਟ ਫॉर ਇੰਡੀਆ ਦੇ ਕੋਲ। ਠੀਕ ਹੈ, the secretary was a member of British cabinet and responsible to the British parliament। ਠੀਕ ਹੈ, ਤਾਂ ਉਹ ਕੀ ਹੈਗਾ ਸੀ, ਬ੍ਰਿਟਿਸ਼ ਕੈਬਨਿਟ ਦਾ ਮੈਂਬਰ ਹੁੰਦਾ ਸੀ ਜਿਹੜਾ ਸੈਕਟਰੀ ਆਫ ਸਟੇਟ ਫॉर ਇੰਡੀਆ ਹੈਗਾ ਸੀ। ਉਹ ਕੀ ਹੈਗਾ ਸੀ, ਬ੍ਰਿਟਿਸ਼ ਪਾਰਲੀਮੈਂਟ ਨੂੰ ਆਨਸਰੇਬਲ ਹੈਗਾ ਸੀ। ਕਿਵੇਂ ਆਨਸਰੇਬਲ ਹੈਗਾ ਸੀ, ਮਤਲਬ ਕੋਈ ਨਾ ਕੋਈ ਮਿਸ ਹੈਪਨਿੰਗ ਹੋ ਗਈ, ਜਾਂ ਕਿ ਲੋਕਾਂ ਨੇ ਦੁਬਾਰਾ ਫਿਰ ਰਿਵੋਲਟ ਕਰ ਦਿੱਤੀ ਹੈ ਨਾ, ਰਿਵੋਲਟ ਦਾ ਮਤਲਬ ਬਗਾਵਤ ਕਰ ਦੇਣਾ। ਠੀਕ ਹੈ, ਤਾਂ ਉਹ ਕੀ ਕੂਪ ਕਰ ਦੇਣਾ, ਕੂਪ ਨੂੰ ਬਗਾਵਤ ਆਪਾਂ ਕਹਿ ਦਈਏ, ਤਾਂ ਉਹ ਬਗਾਵਤ ਜਦੋਂ ਕਰਦੇ ਸੀ ਜਾਂ ਕੁਛ ਵੀ ਹੁੰਦਾ ਸੀ ਜਾਂ ਕਿਸੇ ਤਰ੍ਹਾਂ ਦੀ ਮਿਸ ਹੈਪਨਿੰਗ ਹੁੰਦੀ ਸੀ ਤਾਂ ਅਨਸਕਸੈਸਫੁਲ ਰਹਿੰਦੇ ਸੀ, ਤਾਂ ਉਹਨੂੰ ਕੀ ਜਿਹੜਾ ਹੈਗਾ ਸੀ, ਉਹ ਬ੍ਰਿਟਿਸ਼ ਪਾਰਲੀਮੈਂਟ ਨੂੰ ਆਨਸਰੇਬਲ ਹੈਗਾ ਸੀ, ਮਤਲਬ ਉਹ ਜਵਾਬ ਦੇਗਾ ਸੀ ਵੀ ਕਿਉਂ ਹੋਇਆ ਕਿਵੇਂ ਹੋਇਆ। ਠੀਕ ਹੈ, ਤਾਂ ਹੁਣ ਪ੍ਰਿੰਸੀਪਲ ਸੈਕਟਰੀ ਆਫ ਸਟੇਟ ਦੇ ਬਾਰੇ ਆਪਾਂ ਥੋੜ੍ਹੇ ਪੜ੍ਹ ਲੈਂਦੇ। ਠੀਕ ਹੈ, ਇਹ ਕਿ ਜਿਹੜੀ ਇਹਦੇ 'ਚ ਆਪਾਂ ਪੁਆਇੰਟ ਦੇ ਵਿੱਚ ਮੈਂਸ਼ਨ ਕਰ ਹੀ ਦਿੱਤਾ ਹੈ, ਇਹ ਬ੍ਰਿਟਿਸ਼ ਕੈਬਨਿਟ ਦਾ ਮੈਂਬਰ ਹੁੰਦਾ ਸੀ, ਇੱਕ ਪੋਲੀਟੀਕਲ ਹੈੱਡ ਹੈਗਾ ਸੀ ਇੰਡੀਆ ਦਾ ਪੋਲੀਟੀਕਲ ਹੈੱਡ ਹੈਗਾ ਸੀ। ਠੀਕ ਹੈ, ਜਿਹੜਾ ਕੀ ਹੈਗਾ ਸੀ ਗਵਰਨੈਂਸ ਵਾਸਤੇ ਜਿਹੜਾ ਹੈਗਾ ਸੀ ਉਹ ਰਿਸਪੋਂਸੀਬਲ ਹੈਗਾ ਸੀ, ਅਤੇ ਇਹਦੇ ਜਿਹੜੇ ਹੈਗਾ ਸੀ ਨਾ ਮਤਲਬ ਇਹ ਕਈ ਜਗ੍ਹਾ ਵਾਸਤੇ, ਇੰਡੀਆ ਵਾਸਤੇ, ਬਰਮਾ ਵਾਸਤੇ, ਜਿਵੇਂ ਕਿ ਇਹਨਾਂ ਦੀ ਕੰਟਰੀਜ਼ ਵਾਸਤੇ ਕੀ ਰਿਸਪੋਂਸੀਬਲ ਹੁੰਦਾ ਸੀ, ਇਹਨਾਂ ਵਾਸਤੇ ਵੀ ਅਲੱਗ-ਅਲੱਗ ਜਿਹੜੇ ਹੈਗੇ ਸੀ ਲਿਆਂਦੇ ਗਏ ਸੀ। ਠੀਕ ਹੈ, ਆਈ ਹੋਪ ਤੁਹਾਨੂੰ ਇੰਨਾ ਸਮਝ ਲੱਗ ਗਿਆ ਹੋਏਗਾ, ਜੇ ਨਾ ਲੱਗਿਆ ਹੋਏ ਤਾਂ ਥੋੜ੍ਹਾ ਦੱਸ ਵੀ ਦਿਆ ਜੀ, ਦੁਬਾਰਾ ਤੋਂ ਆਪਾਂ ਜਿਹੜੇ ਕਿ ਕਰ ਦਿਆਂਗੇ ਨੈਕਸਟ ਲੈਕਚਰ ਦੇ ਵਿੱਚ। ਠੀਕ ਹੈ, ਅੱਗੇ ਆਪਾਂ ਗੱਲ ਕਰਦੇ ਹਾਂ ਨੈਕਸਟ ਫੀਚਰਸ ਦੀ। ਠੀਕ ਹੈ, ਨੈਕਸਟ ਫੀਚਰਸ ਦੀ ਗੱਲ ਕਰੀਏ, ਇਟ ਐਸਟੈਬਲਿਸ਼ਡ ਅ 15 ਮੈਂਬਰ ਕਾਊਂਸਿਲ ਆਫ ਇੰਡੀਆ। ਠੀਕ ਹੈ, ਹੁਣ ਇੱਥੇ ਕੀ ਹੈਗਾ ਸੀ, ਜਿਹੜਾ ਹੈਗਾ ਸੀ 15 ਮੈਂਬਰ ਕਾਊਂਸਿਲ। ਠੀਕ ਹੈ, ਇਹਨੇ ਕੀ ਐਸਟੈਬਲਿਸ਼ ਕੀਤੀ, 15 ਮੈਂਬਰਸ ਕਾਊਂਸਿਲ ਇੰਡੀਆ ਦੇ ਵਿੱਚ ਸਥਾਪਿਤ ਕੀਤੀ, ਟੂ ਅਸਿਸਟ ਦ ਸੈਕਟਰੀ ਆਫ ਸਟੇਟ ਫॉर ਇੰਡੀਆ। ਠੀਕ ਹੈ, ਸੈਕਟਰੀ ਆਫ ਸਟੇਟ ਨੂੰ ਕੀ ਜਿਹੜਾ ਹੈਗਾ ਅਸਿਸਟ ਮਤਲਬ ਹੈਗਾ ਉਹਨੂੰ ਸਹਾਇਤਾ ਕਰਨ ਵਾਸਤੇ। ਠੀਕ ਹੈ,
ਵੀ ਜਿਵੇਂ ਕਿ ਹੁਣ ਆਪਾਂ ਕਹਿ ਦਈਏ ਨਾ ਵੀ ਆਪਾਂ ਕਈ ਵਾਰ ਕੀ ਹੁੰਦਾ ਸਪੋਜ਼ ਕਰ ਲਓ ਆਪਾਂ ਛੋਟੇ ਲੈਵਲ ਦੀ ਗੱਲ ਕਰੀਏ ਤਾਂ ਜਿਵੇਂ ਕੀ ਹੈ ਪਿੰਡ ਦੇ ਵਿੱਚ ਪੰਚਾਇਤ ਹੁੰਦੀ, ਪੰਚਾਇਤ ਦੇ ਵਿੱਚ ਸਰਪੰਚ ਨੂੰ ਹੈਲਪ ਕਰਨ ਵਾਸਤੇ ਕੀ ਹੁੰਦੇ ਸੀ ਆਪਣੇ ਮੈਂਬਰਸ ਹੁੰਦੇ ਨੇ, ਹੈ ਨਾ, ਵਾਰਡ ਮੈਂਬਰਸ ਹੁੰਦੇ ਨੇ। ਐਵੇਂ ਕੀ ਜਿਹੜਾ ਹੈਗਾ ਸੀ ਉਹ ਕਹਿੰਦਾ ਸੀ ਵੀ ਵੱਡੇ ਲੈਵਲ 'ਤੇ ਇੱਕ ਪਰਸਨ ਜਿਹੜਾ PM ਹੈਗਾ ਉਹਨੂੰ ਕੀ ਹੈ ਜਿਹੜਾ ਹੈਗਾ ਕਈ ਪਰਸਨ ਦੀ ਸਹਾਇਤਾ ਵੀ ਚਾਹੀਦੀ ਹੈ ਜਿਹੜੇ ਉਹਦੇ ਨਾਲ ਕੰਮ ਕਰਨ, ਉਹਦੇ ਨਾਲ ਲੱਗ ਕੇ, ਠੀਕ ਹੈ, ਉਹਦੀ ਹੈਲਪ ਕਰਨ, ਕਿਉਂਕਿ ਐਡੇ ਵੱਡੇ ਕੰਟਰੀ ਨੂੰ ਸੰਭਾਲਣਾ, ਇਕੱਲੇ ਨੂੰ ਸੰਭਾਲਣਾ ਸੌਖਾ ਨਹੀਂ ਗਾ ਸੀ। ਉਹ ਵੀ ਕੀ ਹੈ ਉਸ ਟਾਈਮ ਕੀ ਜਿਹੜਾ ਹੈਗਾ ਸੀ 1858 ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਜਿਹੜਾ ਹੈਗਾ ਸੀ ਫਸਟ ਵਾਰ ਆਫ ਇੰਡੀਪੈਂਡੈਂਸ ਵਾਸਤੇ ਆਪਾਂ ਕੀ ਜਿਹੜੇ ਹੈਗੇ ਸੀ ਲੜਾਈ ਲੜ ਚੁੱਕੇ ਸੀ, ਠੀਕ ਹੈ। ਇਸ ਕਰਕੇ ਜਿਹੜਾ ਹੈਗਾ ਸੀ ਉਹਨਾਂ ਨੂੰ ਖਤਰਾ ਹੈਗਾ ਸੀ, ਇਸ ਕਰਕੇ ਉਹਨਾਂ ਨੂੰ ਕੀ ਜਿਹੜਾ ਹੈਗਾ ਸੀ ਹੋਰ ਮੈਂਬਰਸ ਜਿਹੜੇ ਬਣਾਏ ਜਿਹੜੇ ਕਿ ਸਹੀ ਤਰ੍ਹਾਂ ਕਾਊਂਸਿਲ ਨੂੰ ਚਲਾ ਸਕਣ। ਦ ਕਾਊਂਸਿਲ ਵਾਜ਼ ਐਨ ਐਡਵਾਈਜ਼ਰੀ ਬੋਡੀ ਐਂਡ ਇਟਸ ਚੇਅਰਮੈਨ ਵਾਜ਼ ਦਾ ਸੈਕਟਰੀ ਆਫ ਸਟੇਟ, ਠੀਕ ਹੈ। ਤਾਂ ਹੁਣ ਜਿਹੜੀ ਹੈਗੀ ਸੀ ਇੱਕ ਐਡਵਾਈਜ਼ਰੀ ਬੋਡੀ ਹੈਗੀ ਸੀ ਜਿਹੜੀ ਐਡਵਾਈਸ ਦਿੰਦੀ ਸੀ ਵੀ ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਨਹੀਂ ਕਰਨਾ ਸੀ। ਅਤੇ ਇਹਦਾ ਚੇਅਰਮੈਨ ਕੌਣ ਹੁੰਦਾ ਸੀ? ਉਹ ਹੁੰਦਾ ਸੀ ਸੈਕਟਰੀ ਆਫ ਸਟੇਟ ਹੁੰਦਾ ਸੀ, ਠੀਕ ਹੈ। 15 ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਹੈਗੇ ਸੀ ਲੋਕ ਹੈਗੇ ਸੀ ਉਹ ਕੀ ਐਡਵਾਈਸ ਕਰਦੇ ਸੀ, ਸਲਾਹਾਂ ਦਿੰਦੇ ਸੀ। ਅਤੇ ਜਿਹੜਾ ਇਹਦਾ ਚੇਅਰਮੈਨ ਹੈਗਾ ਸੀ ਉਹ ਕੌਣ ਹੈਗਾ ਸੀ? ਹੁੰਦਾ ਸੀ ਸੈਕਟਰੀ ਆਫ ਸਟੇਟ, ਠੀਕ ਹੈ। ਦ ਐਕਟ ਆਫ 1858 ਵਾਜ਼ ਹਾਊਐਵਰ ਲਾਰਜਲੀ ਕਨਫਾਈਨਡ to the improvement of the administrative machinery by which the Indian government was to be surprised and controlled in England, ਠੀਕ ਹੈ। ਤਾਂ ਮਤਲਬ ਕਿ ਇੱਕ ਗਵਰਨਮੈਂਟ ਆਪਣੇ ਇੰਡੀਆ ਵਾਸਤੇ ਸਰਪ੍ਰਾਈਜ਼ ਵੀ ਹੈਗਾ ਸੀ ਜਿਹੜਾ ਹੈਗਾ ਸੀ ਹੁਣ ਡਾਇਰੈਕਟ ਜਿਹੜਾ ਹੈਗਾ ਸੀ ਕੰਟਰੋਲ ਕਰਦੀ ਸੀ ਕੌਣ? ਇੰਗਲੈਂਡ ਇਨ ਦਾ ਸੈਂਸ ਕਿ ਬ੍ਰਿਟਿਸ਼ ਗਵਰਨਮੈਂਟ ਪਾਰਲੀਮੈਂਟ ਕੀ ਆਪਾਂ ਨੂੰ ਕੀ ਜਿਹੜਾ ਹੈਗਾ ਡਾਇਰੈਕਟ ਕੰਟਰੋਲ ਕਰਦੀ ਸੀ, ਠੀਕ ਹੈ। ਉਹ ਆਪਾਂ ਨੂੰ ਕੀ ਕਹਿੰਦੇ ਸੀ ਵੀ ਐਡਮਿਨਿਸਟ੍ਰੇਟਿਵ ਇੱਕ ਤਰ੍ਹਾਂ ਦੀ ਐਡਮਿਨਿਸਟ੍ਰੇਟਿਵ ਮਸ਼ੀਨਰੀ ਦੇ ਵਿੱਚ ਇੰਪਰੂਵਮੈਂਟ ਹੋਈ ਸੀ। ਹੌਲੀ ਹੌਲੀ ਆਪਾਂ ਨੂੰ ਪਤਾ ਲੱਗਾ ਕੀ ਚੀਜ਼ਾਂ ਇੰਪਰੂਵ ਹੋਈਆਂ ਸੀ, ਆਪਾਂ ਨੈਕਸਟ ਐਕਟ ਦੇ ਵਿੱਚ ਪੜ੍ਹਾਂਗੇ, ਠੀਕ ਹੈ। ਤਾਂ ਹੁਣ ਆਪਾਂ ਵੱਧਦੇ ਹਾਂ ਜਿਹੜਾ ਹੈਗਾ ਨੈਕਸਟ ਐਕਟ ਵੱਲ, ਠੀਕ ਹੈ। ਇਸ ਤੋਂ ਬਾਅਦ ਜਿਹੜਾ ਹੈਗਾ ਸੀ ਗਵਰਨਮੈਂਟ ਆਫ ਇੰਡੀਆ ਐਕਟ 1858 ਤੋਂ ਬਾਅਦ ਜਿਹੜਾ ਹੈਗਾ ਨੈਕਸਟ ਐਕਟ ਇੰਪੋਰਟੈਂਟ ਐਕਟ ਆ ਜਾਂਦਾ, ਉਹਨੂੰ ਕੀ ਕਿਹਾ ਜਾਂਦਾ? ਇੰਡੀਅਨ ਕਾਊਂਸਿਲਸ ਐਕਟ ਆਫ 1861, ਠੀਕ ਹੈ। 1861 ਦਾ ਇਹ ਐਕਟ ਜਿਹੜਾ ਹੈਗਾ ਇਹਨੂੰ ਕੀ ਕਿਹਾ ਜਾਂਦਾ ਹੈ? ਇੰਡੀਅਨ ਕਾਊਂਸਿਲਸ ਐਕਟ, ਠੀਕ ਹੈ। ਹੁਣ ਇੰਡੀਅਨ ਕਾਊਂਸਿਲਸ ਐਕਟ ਕਿਉਂ ਕਿਹਾ ਜਾਂਦਾ ਇਹ ਆਪਾਂ ਅੱਗੇ ਪੜ੍ਹਦੇ ਹੈਗੇ, ਠੀਕ ਹੈ। ਤਾਂ ਤੁਸੀਂ ਧਿਆਨ ਨਾਲ ਸੁਣੀ ਜਾਣਾ ਅਤੇ ਸਮਝੀ ਜਾਣਾ। ਆਫਟਰ ਦ ਗ੍ਰੇਟ ਰਿਵੋਲਟ ਆਫ 1857 the British government felt the necessity of seeking the cooperation of Indians in the administration of their country, ਠੀਕ ਹੈ। ਤਾਂ ਹੁਣ ਕੀ ਉਹਨਾਂ ਨੂੰ ਲੱਗਿਆ ਕਿ ਜਦੋਂ ਗ੍ਰੇਟ ਰਿਵੋਲਟ ਕਿਹਨੂੰ ਕਿਹਾ ਜਾਂਦਾ ਹੈ? ਫਸਟ ਵਾਰ ਆਫ ਇੰਡੀਪੈਂਡੈਂਸ ਸਪੋਏ ਮਿਊਟਨੀ ਨੂੰ ਕਿਹਾ ਜਾਂਦਾ, ਜਿਹੜਾ 1857 ਦੇ ਵਿੱਚ ਹੋਈ ਸੀ, ਜਦੋਂ ਕਿ ਆਪਣੇ ਹੀ ਲੋਕਾਂ ਨੇ ਜਿਹੜਾ ਹੈਗਾ ਸੀ ਉਹਨਾਂ ਦੇ ਅੰਡਰ ਕੰਮ ਕਰਦੇ ਰਹਿੰਦੇ ਓਪਨ ਦੇ ਵਿੱਚ ਹੀ ਜਿਹੜੇ ਖੁੱਲ੍ਹੇਆਮ ਕੀ ਜਿਹੜਾ ਹੈਗਾ ਬਗਾਵਤ ਕਰ ਦਿੱਤੀ ਉਹਨਾਂ ਦੇ ਖਿਲਾਫ, ਠੀਕ ਹੈ। ਇਹਨੂੰ ਕੀ ਸਪੋਏ ਮਿਊਟਨੀ ਕਿਹਾ ਜਾਂਦਾ ਜਾਂ ਫਿਰ ਕਿ ਫਸਟ ਵਾਰ ਆਫ ਇੰਡੀਪੈਂਡੈਂਸ ਜਾਂ ਫਿਰ ਗ੍ਰੇਟ ਰਿਵੋਲਟ ਆਫ 1857 ਵੀ ਕਿਹਾ ਜਾਂਦਾ, ਠੀਕ ਹੈ। ਦ ਬ੍ਰਿਟਿਸ਼ ਗਵਰਨਮੈਂਟ ਫੈਲਟ ਦ ਨੈਸੈਸਿਟੀ ਆਫ ਸੀਕਿੰਗ ਦ ਕੋਆਪਰੇਸ਼ਨ ਆਫ ਇੰਡੀਅਨਸ, ਠੀਕ ਹੈ। ਮਤਲਬ ਕਿ ਬ੍ਰਿਟਿਸ਼ ਗਵਰਨਮੈਂਟ ਜਿਹੜੇ ਹੈਗੇ ਸੀ ਹੁਣ ਬ੍ਰਿਟਿਸ਼ ਸਰਕਾਰ ਹੈਗੀ ਸੀ ਉਹਨਾਂ ਨੂੰ ਲੱਗਿਆ ਵੀ ਜੇ ਆਪਾਂ ਉਹਨਾਂ ਨਾਲ ਕੋਆਪਰੇਟ ਇੰਡੀਅਨਸ ਨਾਲ ਕੋਆਪਰੇਟ ਨਾ ਭਾਰਤੀਆਂ ਨਾਲ ਕੋਆਪਰੇਟ ਨਾ ਕੀਤਾ, ਕੋਆਪਰੇਟ ਮਤਲਬ ਕਿ ਹੁਣ ਸਹਿਯੋਗ ਕਰਨਾ, ਠੀਕ ਹੈ, ਉਹਨਾਂ ਦੀ ਹੈਲਪ ਲੈਣਾ, ਠੀਕ ਹੈ, ਉਹਨਾਂ ਨੂੰ ਨਾਲ ਲੈ ਕੇ ਚੱਲਣਾ ਇਨ ਦ ਐਡਮਿਨਿਸਟ੍ਰੇਸ਼ਨ ਆਫ ਦੇਅਰ ਕੰਟਰੀ, ਠੀਕ ਹੈ। ਅਤੇ ਜੇ ਆਪਾਂ ਵੀ ਉਹਨੂੰ ਆਪਾਂ ਇਸ ਕੰਟਰੀ ਦਾ ਰੂਲ ਹੋਰ ਕਰਨਾ ਨਾ ਤਾਂ ਆਪਾਂ ਨੂੰ ਕੀ ਜਿਹੜਾ ਹੈਗਾ ਇਹਨਾਂ ਨੂੰ ਥੋੜ੍ਹਾ ਜਿਹਾ ਮਿਲ ਕੇ ਚੱਲਣਾ ਪੈਣਾ। ਇਹਨਾਂ ਦੇ ਕੁਛ ਲੋਕ ਜਿਹੜੇ ਹੈਗੇ ਨੇ ਜਿਹੜੇ ਰਿਵੋਲਟ ਕਰ ਰਹੇ ਨੇ ਆਪਣੇ ਖਿਲਾਫ, ਉਹਨਾਂ ਨੂੰ ਕਿ ਆਪਣੇ ਵਸ਼ ਵਿੱਚ ਜਾਂ ਫਿਰ ਕਿ ਉਹਨਾਂ ਨੂੰ ਕੀ ਪੈਸੇ ਦਾ ਲਾਲਚ ਦੇਣਾ ਪੈਣਾ ਜੇ ਕੁਛ ਵੀ ਹੈ, ਠੀਕ ਹੈ। ਤਾਂ ਇਸ ਤਰ੍ਹਾਂ ਉਹਨਾਂ ਨੂੰ ਕੀ ਲੱਗਿਆ ਵੀ ਹੁਣ ਕੋਆਪਰੇਟ ਆਪਾਂ ਨੂੰ ਕਰਨਾ ਪੈਣਾ ਇਸ ਦੇਸ਼ ਦੇ ਲੋਕਾਂ ਨਾਲ, ਠੀਕ ਹੈ। ਤਾਂ ਇਹਦੇ ਨਾਲ ਹੀ ਕੀ ਹੋਇਆ? ਦ ਇੰਡੀਅਨ ਕਾਊਂਸਿਲਸ ਐਕਟ ਆਫ 1861 is an important landmark in the constitutional and political history of India, ਠੀਕ ਹੈ। ਤਾਂ ਹੁਣ ਇੰਡੀਅਨ ਕਾਊਂਸਿਲ ਐਕਟ ਆਫ 1861 ਦੇ ਵਿੱਚ ਜਿਹੜਾ ਹੋਇਆ ਉਹ ਕਿ ਇੱਕ ਇੰਪੋਰਟੈਂਟ ਲੈਂਡਮਾਰਕ ਜਿਹੜੇ ਹੈਗੇ ਕੰਸਟੀਟਿਊਸ਼ਨਲ ਐਂਡ ਪੋਲੀਟੀਕਲ ਹਿਸਟਰੀ ਦੇ ਵਾਸਤੇ ਮੰਨਿਆ ਜਾਂਦਾ। ਕਿਉਂ ਮੰਨਿਆ ਜਾਂਦਾ? ਇਹਦੇ ਫੀਚਰਸ ਜਿਹੜੇ ਹੈਗੇ ਨੇ ਆਪਾਂ ਅੱਗੇ ਦੇਖਣੇ, ਠੀਕ ਹੈ। ਫਸਟ ਫੀਚਰ ਕਿਹੜਾ ਹੈਗਾ ਜਿਹੜਾ ਕੀ ਹੈ ਜਿਸ ਕਰਕੇ ਇਹਨੂੰ ਲੈਂਡਮਾਰਕ ਜਿਹੜੀ ਮੂਵਮੈਂਟ ਜਿਹੜਾ ਲੈਂਡਮਾਰਕ ਐਕਟ ਮੰਨਿਆ ਜਾਂਦਾ ਉਹ ਇਸ ਕਰਕੇ ਮੰਨਿਆ ਜਾਂਦਾ ਇਟ ਮੇਡ ਅ ਬਿਗਨਿੰਗ ਆਫ ਦਾ ਰਿਪਰੈਜ਼ੈਂਟੇਟਿਵ ਇੰਸਟੀਟਿਊਸ਼ਨਸ ਬਾਈ ਐਸੋਸੀਏਟਿੰਗ ਇੰਡੀਅਨਸ ਵਿਦ ਦਾ ਲਾਅ ਮੇਕਿੰਗ ਪ੍ਰੋਸੈਸ, ਠੀਕ ਹੈ। ਤਾਂ ਸਭ ਤੋਂ ਪਹਿਲੀ ਵਾਰ ਕੀ ਹੋਇਆ ਵੀ ਉਹ ਜਿਹੜੇ ਬ੍ਰਿਟਿਸ਼ਰਸ ਨੇ ਕੀ ਕੀਤਾ ਵੀ ਜਿਹੜੇ ਹੈਗੇ ਸੀ ਰਿਪਰੈਜ਼ੈਂਟੇਟਿਵ ਇੰਸਟੀਟਿਊਸ਼ਨਸ ਹੈਗੇ ਸੀ ਉਹ ਕੀ ਹੈ ਐਸੋਸੀਏਟ ਕੀਤੇ ਇੰਡੀਅਨਸ ਨਾਲ ਵੀ ਜਿਹੜੇ ਹੈਗਾ ਲਾਅ ਮੇਕਿੰਗ ਪ੍ਰੋਸੈਸ ਦੇ ਵਿੱਚ ਜਿਹੜੇ ਕਿ ਭਾਰਤੀ ਲੋਕਾਂ ਨੂੰ ਵੀ ਥੋੜ੍ਹਾ ਬਹੁਤਾ ਐਡ ਕੀਤਾ ਜਾਏ, ਠੀਕ ਹੈ। ਥੋੜ੍ਹੇ ਬਹੁਤੇ ਲੋਕਾਂ ਨੂੰ ਕੀ ਹੈ ਉਹਨਾਂ ਨੂੰ ਕੀ ਜਿਹੜਾ ਹੈਗਾ ਵਿੱਚ ਬਿਠਾ ਦਿੱਤਾ ਜਾਏ, ਠੀਕ ਹੈ। ਉਹ ਵੀ ਥੋੜ੍ਹਾ ਬਹੁਤਾ ਆਦੀ ਸਲਾਹ ਦੇ ਸਕਣ, ਠੀਕ ਹੈ। ਵੀ ਉਹਨਾਂ ਨੂੰ ਵੀ ਜਿਹੜਾ ਹੈਗਾ ਥੋੜ੍ਹਾ ਜਿਹਾ ਵੀ ਅਹਿਸਾਸ ਕਰਾਇਆ ਗਿਆ ਵੀ ਠੀਕ ਹੈ ਵੀ ਅਸੀਂ ਜਿਹੜਾ ਹੈਗਾ ਤੁਹਾਡੀ ਮੰਗਾਂ ਨੂੰ ਹੌਲੀ ਹੌਲੀ ਮੰਨ ਰਹੇ ਹਾਂ, ਠੀਕ ਹੈ।
ਤਾਂ ਸੈਕਿੰਡ ਮੇਜਰ ਇਫੈਕਟ ਕੀ ਹੈ, ਫੀਚਰ ਕੀ ਹੈ, ਇਟ ਦਸ ਪ੍ਰੋਵਾਈਡ ਦਾ ਵਾਇਸਰਾय ਸ਼ੁੱਡ ਨੋਮੀਨੇਟ ਸਮ ਇੰਡੀਅਨਸ ਐਜ਼ ਨੋਨ ਓਫੀਸ਼ੀਅਲ ਮੈਂਬਰਸ ਆਫ ਐਕਸਪੈਂਡਡ ਕਾਉਂਸਿਲ। ਠੀਕ ਹੈ, ਤਾਂ ਹੁਣ ਕੀ ਕੀਤਾ ਇਸ ਐਕਟ ਦੇ ਵਿੱਚ, ਇੰਡੀਅਨ ਕਾਉਂਸਿਲ ਐਕਟ ਦੇ ਵਿੱਚ ਕੀ ਕੀਤਾ ਵੀ ਜਿਹੜੇ ਹੈਗੇ ਸੀ ਕੁਛ ਜਿਹੜੇ ਭਾਰਤੀ ਲੋਕ ਹੈਗੇ ਸੀ, ਠੀਕ ਹੈ, ਭਾਰਤੀ ਲੋਕਾਂ ਨੂੰ ਕੀ ਹੈ ਨੋਨ ਓਫੀਸ਼ੀਅਲ ਮੈਂਬਰ, ਓਫੀਸ਼ੀਅਲ ਮੈਂਬਰ ਉਹ ਹੁੰਦੇ ਨੇ ਜਿਹੜੇ ਸਿੱਧੇ ਤੌਰ 'ਤੇ ਸਰਕਾਰ ਦੁਆਰਾ ਚੁਣੇ ਜਾਂਦੇ ਨੇ, ਨੋਨ ਓਫੀਸ਼ੀਅਲ ਮੈਂਬਰ ਉਹ ਹੁੰਦੇ ਨੇ ਜਿਵੇਂ ਵਾਇਸਰਾय ਚੁਣ ਲੈਂਦਾ ਉਹਨਾਂ ਨੂੰ, ਜਾਂ ਕੋਈ ਹੈਗਾ ਵੀ ਗਵਰਨਮੈਂਟ ਉਹਨਾਂ ਨੂੰ ਕੀ, ਗਵਰਨਮੈਂਟ ਕੋਈ ਵੀ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਵੀ ਸੱਦਾ ਪੱਤਰ ਨਹੀਂ ਦਿੰਦੀ। ਠੀਕ ਹੈ, ਤਾਂ ਉਹ ਕਿ ਨੋਨ ਓਫੀਸ਼ੀਅਲ ਮੈਂਬਰ ਜਿਹੜੇ ਹੈ, ਠੀਕ ਹੈ, ਨੋਨ ਓਫੀਸ਼ੀਅਲ ਮੈਂਬਰ ਨੂੰ ਕੀ ਹੈ ਐਕਸਪੈਂਡਡ ਕਾਉਂਸਿਲ, ਐਕਸਪੈਂਡਡ ਕਾਉਂਸਿਲ ਮਤਲਬ ਜਿਹੜੀ ਵਧਾਈ ਗਈ ਆਪਦੇ ਦੁਆਰਾ ਵਧਾਈ ਗਈ ਕਾਉਂਸਿਲ ਦੇ ਵਿੱਚ ਜਿਹੜਾ ਉਹਨਾਂ ਨੂੰ ਐਡ ਔਨ ਕੀਤਾ ਗਿਆ। ਇਨ 1862 1862 ਦੇ ਵਿੱਚ ਜਿਹੜਾ ਹੈਗਾ ਸੀ ਲੋਰਡ ਕਨਿੰਗ ਨੋਮੀਨੇਟਡ 3 ਮੈਂਬਰਸ, ਠੀਕ ਹੈ, 3 ਇੰਡੀਅਨ ਮੈਂਬਰਸ ਜਿਹੜਾ ਨੂੰ ਕੀ ਹੈ ਜਿਨ੍ਹਾਂ ਨੂੰ 1862 ਦੇ ਵਿੱਚ ਲੋਰਡ ਕਨਿੰਗ ਦੁਆਰਾ ਜਿਹੜਾ ਉਸ ਟਾਈਮ ਵਾਇਸਰਾय ਹੈਗਾ ਸੀ ਉਹਦੇ ਦੁਆਰਾ ਕੀ ਜਿਹੜਾ ਹੈਗਾ ਸੀ ਆਦੀ ਲੈਜਿਸਲੇਟਿਵ ਕਾਉਂਸਿਲ ਦੇ ਵਿੱਚ ਜਿਹੜਾ ਹੈਗਾ ਸੀ 3 ਮੈਂਬਰਾਂ ਨੂੰ ਜੋੜਿਆ। ਕੋ 3 ਮੈਂਬਰ ਕਿਹੜੇ ਹੈਗੇ ਸੀ, ਦ ਰਾਜਾ ਆਫ ਬਨਾਰਸ, ਠੀਕ ਹੈ, ਇੱਕ ਤਾਂ ਰਾਜਾ ਬਨਾਰਸ ਦੇ ਰਾਜੇ ਨੂੰ, ਦ ਰਾਜਾ ਆਫ ਪਟਿਆਲਾ, ਠੀਕ ਹੈ, ਇੱਕ ਪਟਿਆਲੇ ਦੇ ਰਾਜੇ ਨੂੰ, ਤੇ ਇੱਕ ਸ਼੍ਰੀ ਦਿਨਕਰ ਰਾਓ, ਠੀਕ ਹੈ, ਇੱਕ ਸਰ ਦਿਨਕਰ ਰਾਓ ਨੂੰ ਕੀ ਹੈ ਜਿਹੜਾ ਹੈਗਾ ਉਹਨਾਂ ਨੇ ਜਿਹੜਾ 3 ਮੈਂਬਰਸ ਜੋੜੇ ਸੀ, ਰਾਜਾ ਆਫ ਬਨਾਰਸ, ਠੀਕ ਹੈ, ਬਨਾਰਸ ਦੇ ਰਾਜੇ ਨੂੰ, ਪਟਿਆਲੇ ਦੇ ਰਾਜੇ ਨੂੰ ਤੇ ਸਰ ਦਿਨਕਰ ਰਾਓ ਨੂੰ ਜਿਹੜਾ ਹੈਗਾ ਸੀ ਇਹ 3 ਮੈਂਬਰਸ ਨੂੰ ਕੀ ਹੈ ਜਿਹੜਾ ਹੈਗਾ ਸੀ ਲੋਰਡ ਕਨਿੰਗ ਨੇ 1862 ਦੇ ਵਿੱਚ ਆਦੀ ਲੈਜਿਸਲੇਟਿਵ ਕਾਉਂਸਿਲ ਦੇ ਵਿੱਚ ਜਿਹੜਾ ਹੈਗਾ ਸੀ ਉਹਨਾਂ ਨੂੰ ਚੁਣਿਆ, ਉਹਨਾਂ ਨੂੰ ਐਡ ਕੀਤਾ ਐਜ਼ ਅ ਨੋਨ ਓਫੀਸ਼ੀਅਲ ਮੈਂਬਰ। ਠੀਕ ਹੈ, ਤੇ ਇਹ ਥੋੜ੍ਹਾ ਧਿਆਨ ਰੱਖਣਾ। ਠੀਕ ਹੈ, ਅੱਗੇ ਜਿਹੜਾ ਹੈਗਾ ਸੀ ਨੈਕਸਟ ਇੰਪੋਰਟੈਂਟ ਫੀਚਰ ਹੈਗਾ ਉਹਦੇ 'ਚ ਜਿਹੜਾ ਦਿੱਤਾ ਹੈ, ਇਟ ਇਨੀਸ਼ੀਏਟਡ ਦਾ ਪ੍ਰੋਸੈਸ ਆਫ ਡੀਸੈਂਟਰਲਾਈਜੇਸ਼ਨ ਬਾਈ ਰੀਸਟੋਰਿੰਗ ਦਾ ਲੈਜਿਸਲੇਟਿਵ ਪਾਵਰਸ ਆਫ ਦਾ ਬੰਬੇ ਐਂਡ ਮਦਰਾਸ ਪ੍ਰੈਜ਼ੀਡੈਂਸੀਜ਼। ਠੀਕ ਹੈ, ਇਹਨਾਂ ਨੇ ਕੀ ਕੀਤਾ ਇੱਕ ਪ੍ਰੋਸੈਸ ਡੀਸੈਂਟਰਲਾਈਜੇਸ਼ਨ ਪ੍ਰੋਸੈਸ ਨੂੰ ਜਿਹੜਾ ਹੈਗਾ ਰੀਸਟੋਰ ਕੀਤਾ। ਡੀਸੈਂਟਰਲਾਈਜੇਸ਼ਨ ਪ੍ਰੋਸੈਸ ਮਤਲਬ ਕਿ ਡੀਸੈਂਟਰਲਾਈਜ਼ ਮਤਲਬ ਕਿ ਜਿਹੜਾ ਹੈਗਾ ਸੀ ਨਾ ਆਪਾਂ ਕਹਿ ਦਈਏ ਨਾ ਜਿਵੇਂ ਆਪਾਂ ਗੱਲ ਕਰੀਏ ਭਾਰਤ ਦੇ ਵਿੱਚ ਜਿਹੜੀ ਹੈਗੀ ਸੀ ਆਪਣੀ ਜਿਹੜੀ ਸਰਕਾਰ ਹੈ ਜਿਹਨੂੰ ਡੀਸੈਂਟਰਲਾਈਜ਼ਡ ਹੈਗੀ ਮਤਲਬ ਕਿ ਪਹਿਲਾਂ ਸਭ ਤੋਂ ਉੱਪਰ ਵੱਡੇ ਲੈਵਲ 'ਤੇ ਫਿਰ ਛੋਟੇ ਲੈਵਲ 'ਤੇ ਠੀਕ ਹੈ, ਇਸ ਤਰ੍ਹਾਂ ਕੀ ਹੈਗਾ ਸੀ ਵੀ ਪਾਵਰਸ ਨੂੰ ਡੀਸੈਂਟਰਲਾਈਜ਼ ਕੀਤਾ ਅਤੇ ਉਹਨਾਂ ਨੂੰ ਰੀਸਟੋਰ ਕੀਤਾ ਲੈਜਿਸਲੇਟਿਵ ਪਾਵਰਸ ਨੂੰ ਬੰਬੇ ਅਤੇ ਮਦਰਾਸ ਦੀ ਪ੍ਰੈਜ਼ੀਡੈਂਸੀਜ਼ ਦੇ ਵਿੱਚ। ਕਿਵੇਂ ਕਿਉਂਕਿ ਪਹਿਲਾਂ ਕੀ ਹੋਇਆ ਸੀ 1773 ਤੋਂ ਲੈ ਕੇ 1833 ਤੱਕ ਕੀ ਹੋਇਆ ਸੀ ਵੀ ਜਿਹੜੀ ਹੈਗੀਆਂ ਸੀ ਨਾ ਇਹ ਪਾਵਰਸ ਨੂੰ ਕੀ ਹੈਗਾ ਸੀ ਵੀ ਖਤਮ ਕਰ ਦਿੱਤਾ ਗਿਆ ਸੀ, ਮਤਲਬ ਕਿ ਗਵਰਨਰ ਜਨਰਲ ਆਫ ਬੰਗਾਲ ਨੂੰ ਕੀ ਸਾਰੇ ਅਧਿਕਾਰ ਦੇ ਦਿੱਤੇ ਜਾਂਦੇ ਸੀ ਵੀ ਉਹ ਕੀ ਜਿਹੜਾ ਹੈਗਾ ਸੀ ਵੀ ਉਹ ਜਿਹੜਾ ਸਾਰੇ ਜੇਕਰ ਉਹਨੂੰ ਲੱਗਦਾ ਹੈ ਵੀ ਕੁਛ ਉਹ ਵੀ ਉੱਥੋਂ ਦੇ ਪ੍ਰੈਜ਼ੀਡੈਂਸੀਜ਼ ਦੇ ਜਿਹੜੇ ਹੈਗੇ ਗਵਰਨਰ ਜਨਰਲ ਜਾਂ ਕੋਈ ਵੀ ਜਿਹੜਾ ਗਵਰਨਰ ਹੈਗਾ ਉਹ ਕੀ ਗਲਤ ਫੈਸਲਾ ਲੈ ਰਿਹਾ ਤਾਂ ਉਹਨਾਂ ਨੂੰ ਜਿਹੜਾ ਟਰਨ ਓਵਰ ਕਰਕੇ ਜਿਹੜਾ ਆਦੀ ਕੋਈ ਨਾ ਕੋਈ ਇੰਟਰਪ੍ਰੀਟੇਸ਼ਨ ਜਾਂ ਫਿਰ ਕੋਈ ਨਾ ਕੋਈ ਆਦਾ ਜਿਹੜਾ ਹੈਗਾ ਕਾਨੂੰਨ ਜਿਹੜਾ ਲਾਗੂ ਕਰ ਸਕਦਾ ਸੀ। ਠੀਕ ਹੈ, ਅਤੇ ਸਭ ਤੋਂ ਪਹਿਲਾਂ ਜਿਹੜਾ ਕਿਹਨੇ ਕੀਤਾ ਸੀ ਇਹ ਤੁਸੀਂ ਜਿਹੜਾ ਹੈਗਾ ਸੀ ਥੋੜ੍ਹਾ ਜਿਹਾ ਦੱਸੋਗੇ। ਠੀਕ ਹੈ, ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਅਤੇ ਤੁਹਾਨੂੰ ਯਾਦ ਹੀ ਹੋਏਗਾ ਲਾਸਟ ਲੈਕਚਰਸ ਤੁਸੀਂ ਲਗਾਏ ਨੇ। ਠੀਕ ਹੈ, ਅਤੇ ਇਹਨਾਂ ਕੋਲ ਥੋੜ੍ਹਾ ਮੇਰਾ ਵੀ ਹੱਕ ਬਣਦਾ ਵੀ ਮੈਂ ਜਿਹੜਾ ਹੈਗਾ ਤੁਹਾਨੂੰ ਕੁਐਸ਼ਚਨਸ ਪੁੱਛਦਾ ਰਹਾਂ ਅਤੇ ਤੁਹਾਡਾ ਹੱਕ ਇਹ ਬਣਦਾ ਵੀ ਤੁਸੀਂ ਜਿਹੜਾ ਹੈਗਾ ਆਨਸਰ ਦਿਓ, ਤੁਹਾਡੇ ਆਨਸਰਸ ਆਉਂਦੇ ਨਹੀਂ। ਠੀਕ ਹੈ, ਬਾਏ ਦੇ ਵਿੱਚ ਚਲੋ ਹੌਲੀ ਹੌਲੀ ਆ ਜਾਣਗੇ। ਅੱਗੇ ਗੱਲ ਕਰਦੇ ਹਾਂ ਇਟ ਦਸ ਰਿਜ਼ਰਵ ਦਾ ਸੈਂਟਰਲਾਈਜ਼ਿੰਗ ਟੈਂਡੈਂਸੀ that stated from the regulating act of 1773 and reached its climax under the charter act of 1833। ਉਹੀ ਗੱਲ ਕਰੀਏ ਵੀ ਜਿਹੜਾ ਹੈਗਾ ਸੀ ਜਿਹੜੀਆਂ ਡੀਸੈਂਟਰਲਾਈਜ਼ ਪਾਵਰਸ ਜਿਹੜੀਆਂ ਹੈਗੀਆਂ ਸੀ ਉਹਨਾਂ ਨੂੰ ਖਤਮ ਕਦੋਂ ਕੀਤਾ ਗਿਆ 1773 ਤੋਂ ਲੈ ਕੇ 1833 ਦੇ ਵਿੱਚ ਕੀ ਇਹਨਾਂ ਨੂੰ ਖਤਮ ਕਰ ਦਿੱਤਾ ਗਿਆ। ਠੀਕ ਹੈ, ਕਿਵੇਂ ਖਤਮ ਕੀਤਾ ਗਿਆ ਹੌਲੀ ਹੌਲੀ ਪਹਿਲਾਂ ਕੀ ਹੈਗਾ ਸੀ ਮਦਰਾਸ ਤੇ ਬੰਬੇ ਕੋਲ ਕੀ ਆਦੇ ਜਿਹੜੇ ਹੈਗੇ ਸੀ ਰਾਈਟਸ ਹੈਗੇ ਸੀ। ਠੀਕ ਹੈ, ਉਹ ਕੀ ਆਦੇ ਵੀ ਜਿਹੜੇ ਪ੍ਰੋਵਿੰਸ ਦੇ ਵਿੱਚ ਆਦੀ ਪ੍ਰੈਜ਼ੀਡੈਂਸੀ ਦੇ ਵਿੱਚ ਕੁਛ ਵੀ ਜਿਹੜਾ ਹੈਗਾ ਸੀ ਚੇਂਜ ਕਰਨਾ ਚਾਹੁੰਦੇ ਸੀ ਆਦੀ ਮਰਜ਼ੀ ਨਾਲ ਕਰ ਲੈਂਦੇ ਸੀ। ਬਟ ਫਿਰ ਕੀ ਹੋਇਆ ਗਵਰਨਰ ਜਨਰਲ ਆਫ ਬੰਗਾਲ ਦੀ ਜਿਹੜੀ ਪੋਸਟ ਆਈ ਪੋਜੀਸ਼ਨ ਆਈ। ਠੀਕ ਹੈ, ਉਦੋਂ ਕੀ ਹੋਇਆ ਉਦੋਂ ਜਿਹੜਾ ਹੈਗਾ ਸੀ ਵੀ ਸਾਰੀਆਂ ਪਾਵਰਸ ਜਿਹੜੀਆਂ ਵੈਸਟਡ ਪਾਵਰਸ ਜਿਹੜੀਆਂ ਹੈਗੀਆਂ ਸੀ ਸਾਰੀਆਂ ਕੀ ਉਹਨੂੰ ਕਰ ਦਿੱਤੀਆਂ। ਫਿਰ ਹੌਲੀ ਹੌਲੀ ਕਰਕੇ ਕੀ ਕਰ ਵੀ ਜਿਹੜਾ ਇਹਨੂੰ ਜਿਹੜਾ ਇਹ 2 ਪ੍ਰੈਜ਼ੀਡੈਂਸੀਜ਼ ਜਿਹੜੀਆਂ ਸੀ ਇਹਨੂੰ ਕੀ ਮਰਜ ਕਰ ਦਿੱਤਾ ਗਿਆ। ਠੀਕ ਹੈ, ਮਰਜ ਕਿਹਦੇ ਵਿੱਚ ਕੀਤਾ ਗਿਆ ਮਰਜ ਕੀਤਾ ਗਿਆ ਮਦਰਾਸ ਦੇ ਵਿੱਚ ਬੰਗਾਲ ਦੇ ਵਿੱਚ। ਠੀਕ ਹੈ, ਤਾਂ ਬੰਬੇ ਅਤੇ ਮਦਰਾਸ ਨੂੰ ਕੀ ਹੈ ਗਵਰਨਮੈਂਟ ਆਫ ਇੰਡੀਆ ਐਕਟ ਜਿਹੜਾ ਹੈਗਾ ਸੀ ਨਾ ਠੀਕ ਹੈ ਚਾਰਟਰ ਐਕਟ ਆਫ 1793 1793 ਵਾਲੇ ਐਕਟ ਦੇ ਵਿੱਚ ਕੀ ਇਹਨਾਂ ਨੂੰ ਕੀ ਹੈ ਜਿਹੜਾ ਹੈਗਾ ਸੀ ਮਰਜ ਕਰ ਦਿੱਤਾ ਗਿਆ ਸੀ ਵੀ ਉਹ ਉਹਦੀ ਪਾਵਰਸ ਨੂੰ ਜਿਹੜੀ ਗਵਰਨਰ ਜਨਰਲ ਆਫ ਬੰਗਾਲ ਹੈਗਾ ਉਹ ਵੀ ਕੀ ਹੈ ਇਹ ਪ੍ਰੈਜ਼ੀਡੈਂਸੀ ਨੂੰ ਕੀ ਹੈ ਜਿਹੜਾ ਹੈਗਾ ਸੀ ਕੋਈ ਵੀ ਰੂਲਸ ਐਂਡ ਰੈਗੂਲੇਸ਼ਨਸ ਦੇਗਾ। ਠੀਕ ਹੈ, ਇਹ ਖੁਦ ਨਹੀਂ ਕੁਛ ਕਰ ਸਕਦੇ, ਜੇ ਕਰਨਗੇ ਜੇ ਗਵਰਨਰ ਜਨਰਲ ਨੂੰ ਲੱਗਦਾ ਵੀ ਇਹ ਸਹੀ ਨਹੀਂ ਹੈਗਾ ਤਾਂ ਉਹ ਕੀ ਆਦੇ ਚੇਂਜ ਕਰ ਸਕਦਾ ਸੀ। ਠੀਕ ਹੈ, ਤਾਂ ਅੱਗੇ ਆਪਾਂ ਨੈਕਸਟ ਜਿਹੜਾ ਹੈਗਾ ਨੈਕਸਟ ਫੀਚਰ ਵੱਧਦੇ ਆ। ਨੈਕਸਟ ਫੀਚਰ ਵੱਧਦੇ ਆ ਇਟ ਆਲਸੋ ਪ੍ਰੋਵਾਈਡਡ ਫॉर द एस्टैब्लिशमेंट ऑफ न्यू लेजिस्लेटिव काउंसिल्स ऑफ फॉर बंगाल नॉर्थ वेस्टर्न प्रोविंसेस एंड पंजाब which were established in 1862 1886 and 1897।
ਰਿਸਪੈਕਟਿਵਲੀ। ਠੀਕ ਹੈ, ਮਤਲਬ ਕਿ ਹੁਣ ਇਹਦੇ ਕਹਿਣ ਦਾ ਹੈਗਾ ਵੀ ਇਹ ਐਕਟ ਇੰਡੀਅਨ ਕਾਊਂਸਿਲ ਐਕਟ ਦੇ ਥਰੂ ਕੀ ਹੈ ਜਿਹੜਾ ਹੈਗਾ ਸੀ ਵੀ ਇਹ ਜਿਹੜੀ ਕਾਊਂਸਿਲ ਜਿਹੜੀਆਂ ਬਣੀਆਂ, ਠੀਕ ਹੈ, ਕਾਊਂਸਿਲ ਕਿੱਥੇ ਕਿਤੇ ਬਣੀਆਂ, ਲੈਜਿਸਲੇਟਿਵ ਕਾਊਂਸਿਲ ਬੰਗਾਲ ਦੇ ਵਿੱਚ ਬਣੀ, ਨਾਰਥ ਵੈਸਟਰਨ ਪ੍ਰੋਵਿੰਸਿਸ ਦੇ ਵਿੱਚ ਬਣੀਆਂ। ਠੀਕ ਹੈ, ਨਾਰਥ ਵੈਸਟਰਨ ਪ੍ਰੋਵਿੰਸਿਸ ਕਿਹੜੀਆਂ ਪ੍ਰੋਵਿੰਸਿਸ ਹੈਗੀਆਂ ਸੀ ਵੀ ਜਿੱਥੇ ਕੀ ਹੈ ਵੀ ਆਪਾਂ ਵੀ ਆਪਣਾ ਜਿਹੜਾ ਕਰਦੇ ਸੀ ਆਪਾਂ। ਠੀਕ ਹੈ, ਨਾਰਥ ਵੈਸਟਰਨ ਪ੍ਰੋਵਿੰਸਿਸ ਉਹ ਪ੍ਰੋਵਿੰਸਿਸ ਹੈਗੀਆਂ ਜਿਹੜੀਆਂ ਕਿ ਆਪਣੇ ਨਾਰਥ ਵੈਸਟ ਵਿੱਚ ਰਹਿ ਜਾਂਦੀਆਂ ਨੇ, ਜਿਵੇਂ ਕਿ ਹੈ ਗੁਜਰਾਤ ਸੈਕਟਰ ਹੋ ਗਈਆਂ। ਠੀਕ ਹੈ, ਤਾਂ ਹੁਣ ਕੀ ਪੰਜਾਬ ਦੇ ਵਿੱਚ ਵੀ ਕੀ 1897 ਦੇ ਵਿੱਚ ਕੀ ਹੈ ਇਸ ਜਿਹੜੀ ਕਿ ਪ੍ਰੈਜ਼ੀਡੈਂਸੀ ਜਿਹੜੀ ਕਿ ਐਡ ਔਨ ਕੀਤੀ ਗਈ। ਠੀਕ ਹੈ, ਤਾਂ ਤੁਸੀਂ ਜਿਹੜਾ ਹੈਗਾ ਥੋੜ੍ਹਾ ਜਿਹਾ ਧਿਆਨ ਰੱਖਣਾ ਹੈ ਕਿ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਵੀ ਇਹ ਜਾਂ ਤਾਂ ਇਹ ਕੁਐਸਚਨ ਪੁੱਛਣਗੇ ਵੀ ਸਭ ਤੋਂ ਪਹਿਲੀ ਵਾਰ ਜਿਹੜਾ ਹੈਗਾ ਸੀ ਵੀ ਪੰਜਾਬ ਦੇ ਵਿੱਚ ਕਦੋਂ ਕਾਊਂਸਿਲ ਲੈਜਿਸਲੇਟਿਵ ਕਾਊਂਸਿਲ ਨੂੰ ਸਥਾਪਿਤ ਕੀਤਾ ਗਿਆ, ਉਹ ਕੀਤਾ ਗਿਆ 1897 ਦੇ ਵਿੱਚ। ਅਤੇ ਕਿਸ ਐਕਟ ਦੇ ਥਰੂ ਕੀਤਾ ਗਿਆ, ਕਿਸ ਐਕਟ ਦੇ ਦੁਆਰਾ ਕੀਤਾ ਗਿਆ, ਉਹ ਕੀਤਾ ਗਿਆ ਇੰਡੀਅਨ ਕਾਊਂਸਿਲਸ ਐਕਟ ਆਫ 1861 ਦੇ ਥਰੂ ਕੀਤਾ ਗਿਆ। ਇਹ ਤੁਸੀਂ ਧਿਆਨ ਰੱਖਣਾ ਹੈ। ਠੀਕ ਹੈ, ਕੀਤਾ ਕਦੋਂ ਗਿਆ 1897 ਦੇ ਵਿੱਚ, ਦੇਖ ਲਓ 1897 ਦੇ ਵਿੱਚ ਕੀਤਾ ਗਿਆ, ਬਟ ਕੀਤਾ ਕਿਹੜੇ ਐਕਟ ਦੇ ਤਹਿਤ ਕੀਤਾ ਗਿਆ, ਇੰਡੀਅਨ ਕਾਊਂਸਿਲਸ ਐਕਟ ਆਫ 1861। ਇਹ ਕਨਫਿਊਜ਼ਨ ਕ੍ਰੀਏਟ ਕਰਨ ਵਾਲਾ ਹੈਗਾ ਅਤੇ ਇਹ ਜਿਹੜਾ ਹੈਗਾ ਨਾ ਮਤਲਬ ਕਿ ਸਬ ਇੰਸਪੈਕਟਰ ਜਾਂ ਫਿਰ ਹੈਡ ਕਾਂਸਟੇਬਲ ਦੇ ਐਗਜ਼ਾਮ ਦੇ ਵਿੱਚ ਕੁਐਸਚਨ ਆ ਸਕਦਾ, ਤਾਂ ਤੁਸੀਂ ਧਿਆਨ ਰੱਖਣਾ ਇਸ ਚੀਜ਼ ਦਾ। ਠੀਕ ਹੈ, ਕਨਫਿਊਜ਼ ਨਹੀਂ ਹੋਣਾ ਇਸ ਚੀਜ਼ ਤੋਂ। ਅੱਗੇ ਆਪਾਂ ਗੱਲ ਕਰਦੇ ਹਾਂ ਨੈਕਸਟ ਜਿਹੜਾ ਹੈਗਾ ਨੈਕਸਟ ਇੰਪੋਰਟੈਂਟ ਫੀਚਰ ਦੀ ਗੱਲ ਕਰਦੇ ਹਾਂ ਇਸ ਐਕਟ ਦੀ, ਇੰਡੀਅਨ ਕਾਊਂਸਿਲਸ ਐਕਟ ਆਫ 1861 ਦੀ। ਅਤੇ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਇਟ ਐਮਪਾਵਰਡ ਦਾ ਵਾਇਸਰੋਏ ਟੂ ਮੇਕ ਦਾ ਰੂਲਸ ਐਂਡ ਆਰਡਰਸ ਫॉर द more convenient transactions of business in the council. It also gave the recognition to the portfolio system introduced by Lord Canning in 1859। ਠੀਕ ਹੈ, ਤਾਂ ਹੁਣ ਕੀ ਹੈ ਵਾਇਸਰੋਏ ਨੂੰ ਕੀ ਹੈ ਹੋਰ ਜ਼ਿਆਦਾ ਪਾਵਰਸ ਦਿੱਤੀਆਂ ਗਈਆਂ। ਠੀਕ ਹੈ, ਉਹ ਕਾਨੂੰਨ ਬਣਾ ਸਕੇ, ਕੋਈ ਵੀ ਆਰਡਰ ਦੇ ਸਕੇ। ਠੀਕ ਹੈ, ਜਿਹੜੀ ਕਿ ਮੋਰ ਕਨਵੀਨੀਅੰਟ ਹੈਗੀਆਂ ਨੇ ਆਦੇ ਬਿਜ਼ਨਸ ਵਾਸਤੇ। ਠੀਕ ਹੈ, ਬਿਜ਼ਨਸ ਕਾਊਂਸਿਲ ਦੇ ਵਿੱਚ ਜਿਹੜਾ ਹੈਗਾ ਸੀ ਹੁਣ ਕਿ ਬਿਜ਼ਨਸ ਦੇ ਰਿਲੇਟਡ ਵੀ ਜਿਹੜੇ ਹੈਗੇ ਸੀ ਟ੍ਰਾਂਜੈਕਸ਼ਨਸ ਵਗੈਰਾ ਕਰਨ ਵਾਸਤੇ। ਠੀਕ ਹੈ, ਇਟ ਆਲਸੋ ਗੇਵ ਦਾ ਰਿਕੋਗਨੀਸ਼ਨ ਟੂ ਦਾ ਪੋਰਟਫੋਲੀਓ ਸਿਸਟਮ। ਠੀਕ ਹੈ, ਪੋਰਟਫੋਲੀਓ ਸਿਸਟਮ ਉਹ ਸਿਸਟਮ ਹੈਗਾ ਸੀ ਜਿਹਦੇ ਵਿੱਚ ਕੀ ਹੈਗਾ ਸੀ ਵੀ ਆਦੇ ਰਿਪਰੈਜ਼ੈਂਟੇਟਿਵਸ ਨੂੰ ਚੁਣ ਲੈਣਾ। ਠੀਕ ਹੈ, ਉਸ ਤੋਂ ਬਾਅਦ ਉਹਨਾਂ ਨੂੰ ਕੀ ਜਿਹੜਾ ਹੈਗਾ ਸੀ ਵੀ ਕੰਮ ਦੇ ਦੇਣਾ, ਆਦੇ ਵੀ ਮਤਲਬ ਕੰਮ ਦੇ ਦੇਣਾ ਕਿਸੇ ਵੀ ਮਤਲਬ ਲੋ ਮਿਨਿਸਟਰ ਬਣਾ ਦੇਣਾ, ਜਿਵੇਂ ਆਪਾਂ ਹੁਣ ਗੱਲ ਕਰਦੇ ਪਏ ਲੋ ਮਿਨਿਸਟਰ ਜਾਂ ਕੋਈ ਵੀ ਕੰਮ ਦੇ ਦੇਣਾ ਆਦੇ ਬਿਹਾਫ 'ਤੇ। ਠੀਕ ਹੈ, ਤਾਂ ਉਹ ਕੀ ਜਿਹੜਾ ਹੈਗਾ ਸੀ ਪੋਰਟਫੋਲੀਓ ਸਿਸਟਮ ਹੈਗਾ ਸੀ। ਪੋਰਟਫੋਲੀਓ ਦਾ ਮਤਲਬ ਹੁੰਦਾ ਉਹਨੂੰ ਵਰਕ ਦੇਣਾ। ਪੋਰਟਫੋਲੀਓ ਦਾ ਐਕਚੁਅਲ 'ਚ ਮਤਲਬ ਹੀ ਕੀ ਹੁੰਦਾ, ਪੋਰਟਫੋਲੀਓ ਦਾ ਮਤਲਬ ਹੁੰਦਾ ਕੰਮ ਦੇਣਾ, ਉਹਨੂੰ ਜਿਹੜਾ ਹੈਗਾ ਸੀ ਕੋਈ ਨਾ ਕੋਈ ਜਿਹੜਾ ਹੈਗਾ ਅਹੁਦਾ ਸੌਂਪਣਾ। ਠੀਕ ਹੈ, ਅੱਗੇ ਜਿਹੜਾ ਹੈਗਾ ਨੈਕਸਟ ਮੋਸਟ ਇੰਪੋਰਟੈਂਟ ਫੈਕਟ ਜਿਹੜਾ ਹੈਗਾ ਇਸ ਫੀਚਰ ਹੈਗਾ ਇਟ ਐਮਪਾਵਰਡ ਦਾ ਵਾਇਸਰੋਏ ਟੂ ਇਸ਼ੂ ਆਰਡੀਨੈਂਸ। ਠੀਕ ਹੈ, ਆਰਡੀਨੈਂਸ ਕੀ ਹੁੰਦਾ ਆਪਾਂ ਕੀ ਕਹੇਗਾ ਅਧਿਆਦੇਸ਼ ਜਾਰੀ ਕਰਨਾ। ਅਧਿਆਦੇਸ਼ ਕਦੋਂ ਜਾਰੀ ਕਰੇਗਾ, ਜਦੋਂ ਕੀ ਹੁੰਦਾ ਵੀ ਲੈਜਿਸਲੇਟਿਵ ਕਾਊਂਸਿਲ ਫੁੱਲ ਨਾ ਹੋਵੇ ਜਾਂ ਫਿਰ ਕੀ ਵਰਕਿੰਗ 'ਚ ਨਾ ਹੋਵੇ, ਉਦੋਂ ਕੀ ਜਿਹੜਾ ਹੈਗਾ ਸੀ ਆਰਡੀਨੈਂਸ ਜਾਰੀ ਕਰਨ ਦੀ ਪਾਵਰ ਕਿਹਨੂੰ ਦਿੱਤੀ ਗਈ ਸੀ, ਵਾਇਸਰੋਏ ਦੇ ਵਿੱਚ। ਠੀਕ ਹੈ, ਵਾਇਸਰੋਏ ਨੂੰ ਸੌਰੀ। ਠੀਕ ਹੈ, ਵਿਦਾਊਟ ਦਾ ਕਰੈਂਸ ਆਫ ਲੈਜਿਸਲੇਟਿਵ ਕਾਊਂਸਿਲ। ਠੀਕ ਹੈ, ਵੀ ਉਹ ਕੀ ਹੈ ਬਿਨਾਂ ਪਰਮਿਸ਼ਨ ਤੋਂ ਵੀ ਕੀ ਜਿਹੜਾ ਹੈਗਾ ਸੀ ਵਾਇਸਰੋਏ ਆਦੀ ਮਰਜ਼ੀ ਨਾਲ ਕੀ ਹੈ ਜਿਹੜਾ ਹੈਗਾ ਸੀ ਕੋਈ ਨਾ ਕੋਈ ਜਿਹੜਾ ਆਰਡੀਨੈਂਸ ਪਾਸ ਕਰ ਸਕਦਾ, ਅਧਿਆਦੇਸ਼ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਈਏ। ਠੀਕ ਹੈ, ਡਿਊਰਿੰਗ ਐਨ ਐਮਰਜੈਂਸੀ ਕੋਈ ਵੀ ਐਮਰਜੈਂਸੀ ਹੋਈ ਤੁਹਾਨੂੰ ਲੱਗਦਾ ਵੀ ਹੁਣ ਕੀ ਹੈ ਰਿਵੋਲਟ ਸਾਡੀ ਸਰਕਾਰ ਬ੍ਰਿਟਿਸ਼ ਸਰਕਾਰ ਦੁਆਰਾ ਖਿਲਾਫ ਕੀ ਰਿਵੋਲਟ ਹੋ ਰਿਹਾ। ਠੀਕ ਹੈ, ਵੀ ਬਗਾਵਤ ਹੋ ਰਹੀ ਜੇ ਕੁਛ ਵੀ ਕਿਸੇ ਤਰ੍ਹਾਂ ਦੇ ਕੋਈ ਵੀ ਕੰਪੇਨ ਚੱਲ ਰਹੀ ਹੈ ਤਾਂ ਉਹਨੂੰ ਲੱਗਦਾ ਸੀ ਵੀ ਖਤਰਾ ਹੈਗਾ ਸਾਡੀ ਗਵਰਨਮੈਂਟ ਨੂੰ, ਤਾਂ ਉਹ ਕੀ ਕਰਦੇ ਸੀ ਵੀ ਉਹ ਜਿਹੜਾ ਹੈਗਾ ਸੀ ਅਧਿਆਦੇਸ਼ ਜਿਹੜਾ ਹੈਗਾ ਸੀ ਜਾਰੀ ਕਰ ਸਕਦੇ ਸੀ। ਠੀਕ ਹੈ, ਦਾ ਲਾਈਫ ਆਫ ਸਚ ਐਨ ਆਰਡੀਨੈਂਸ ਵਾਜ਼ 6 months। ਠੀਕ ਹੈ, ਤਾਂ ਉਸ ਟਾਈਮ ਜਿਹੜਾ ਹੈਗਾ ਸੀ ਆਰਡੀਨੈਂਸ ਦੀ ਆਪਾਂ ਕਹਿ ਦਈਏ ਕਾਰਜਕਾਲ ਜਾਂ ਫਿਰ ਆਪਾਂ ਕਿਸ ਟੋਟਲ ਵੀ ਲਾਈਫ ਕਿੰਨੀ ਸੀ, ਉਹ ਹੈਗੀ ਸੀ 6 months 6 ਮਹੀਨੇ ਜਿਹੜੀ ਹੈਗੀ ਸੀ ਉਹਦੀ ਵੀ 6 ਮਹੀਨੇ ਤੱਕ ਉਹ ਜਿਹੜਾ ਹੈਗਾ ਸਸਟੇਨ ਰਹਿ ਸਕਦੇ, ਉਸ ਤੋਂ ਬਾਅਦ ਉਹਨੂੰ ਖਤਮ ਕੀਤਾ ਜਾ ਸਕਦਾ ਸੀ। ਠੀਕ ਹੈ, ਤਾਂ ਇਹ ਕੁਐਸਚਨ ਆ ਸਕਦਾ ਹੈ ਵੀ ਜਿਹੜਾ ਹੈਗਾ ਵੀ ਵਾਇਸਰਾਏ ਨੂੰ ਜਿਹੜਾ ਹੈਗਾ ਸੀ ਵੀ ਕਾਊਂਸਿਲਸ ਐਕਟ ਆਫ 1861 ਦੁਆਰਾ ਕਿਸ ਤਰ੍ਹਾਂ ਦੀ ਪਾਵਰ ਦਿੱਤੀ ਗਈ, ਤਾਂ ਆਰਡੀਨੈਂਸ ਮੇਕਿੰਗ ਦੀ ਪਾਵਰ ਦਿੱਤੀ ਗਈ। ਵੈਸੇ ਤਾਂ ਵਾਇਸਰਾਏ ਨੂੰ ਇਸ ਦੇ ਵਿੱਚ ਕਾਫੀ ਪਾਵਰਸ ਦਿੱਤੀਆਂ ਗਈਆਂ ਨੇ, ਤਾਂ ਕੁਐਸਚਨ ਇਹ ਬਣੇਗਾ ਆਰਡੀਨੈਂਸ ਮੇਕਿੰਗ ਪਾਵਰ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਕਦੋਂ ਲਿਆਂਦੀ ਗਈ, ਕਿਹੜੇ ਐਕਟ ਦੁਆਰਾ ਲਿਆਂਦੀ ਗਈ, ਇੰਡੀਅਨ ਕਾਊਂਸਿਲ ਐਕਟ ਆਫ 1861 ਦੇ ਥਰੂ ਲਿਆਂਦੀ ਗਈ। ਠੀਕ ਹੈ, ਅਤੇ ਇਹ ਜਿਹੜਾ ਹੈਗਾ ਸੀ ਇਹ ਮੋਸਟ ਇੰਪੋਰਟੈਂਟ ਫੀਚਰ ਹੈਗਾ ਇਸ ਚੀਜ਼ ਦਾ, ਤਾਂ ਤੁਸੀਂ ਥੋੜ੍ਹਾ ਜਿਹਾ ਧਿਆਨ ਰੱਖਣਾ। ਠੀਕ ਹੈ, ਅੱਗੇ ਆਪਾਂ ਨੈਕਸਟ ਜਿਹੜਾ ਹੈਗਾ ਨੈਕਸਟ ਆਪਾਂ ਫੀਚਰ ਵੱਲ ਵੱਧਦੇ ਹਾਂ, ਨੈਕਸਟ ਆਪਾਂ ਐਕਟ ਵੱਲ ਵੱਧਦੇ ਹਾਂ। ਤਾਂ ਅੱਗੇ ਨੈਕਸਟ ਜਿਹੜਾ ਇੰਪੋਰਟੈਂਟ ਐਕਟ ਆ ਜਾਂਦਾ ਉਹ ਹੈਗਾ ਇੰਡੀਅਨ ਕਾਊਂਸਿਲਸ ਐਕਟ ਆਫ 1892। ਠੀਕ ਹੈ, ਤਾਂ ਹੁਣ ਨਵਾਂ ਜਿਹੜਾ ਹੈਗਾ ਸੀ ਜਿਹੜਾ ਇਸ ਤੋਂ ਬਾਅਦ ਵਾਲਾ ਜਿਹੜਾ ਮੋਸਟ ਇੰਪੋਰਟੈਂਟ ਐਕਟ ਹੈਗਾ ਉਹ ਹੈਗਾ ਇੰਡੀਅਨ ਕਾਊਂਸਿਲ ਐਕਟ ਆਫ 1892। ਇਟ ਜਿਹੜਾ ਹੁੰਦੇ ਇਹਦੇ ਫੀਚਰਸ ਆਪਾਂ ਸਿੱਧਾ ਫੀਚਰਸ 'ਤੇ ਚੱਲਦੇ ਹਾਂ। ਠੀਕ ਹੈ,
It increased the functions of legislative council and gave them the power to of discussing the budget and addressing questions to the executive। ठीक है, तो ਹੁਣ ਕੀ ਹੈ ਜਿਹੜਾ ਹੈਗਾ ਇਹਨਾਂ ਨੇ ਕੀ ਕੀਤਾ, ਇਟ ਇਨਕਰੀਜ਼ ਦ ਫੰਕਸ਼ਨਸ ਆਫ ਲੈਜਿਸਲੇਟਿਵ ਕਾਉਂਸਿਲ। ਇਹਨਾਂ ਨੇ ਉਹਨੇ ਫੀਚਰਸ ਜਿਹੜੇ ਫੰਕਸ਼ਨਸ ਜਿਹੜੇ ਹੈਗੇ ਸੀ ਲੈਜਿਸਲੇਟਿਵ ਕਾਉਂਸਿਲ ਦੇ ਫੰਕਸ਼ਨਸ ਨੂੰ ਇਨਕਰੀਜ਼ ਕੀਤਾ, ਉਹਨੂੰ ਵਧਾਇਆ। ਕਿਵੇਂ ਵਧਾਇਆ, ਇਹ ਐਂਡ ਗੇਵ ਦੈਮ ਪਾਵਰ ਟੂ ਡਿਸਕਸਿੰਗ ਦ ਬਜਟ। ਪਹਿਲਾਂ ਕੀ ਉਹਨਾਂ ਕੀ ਇਹ ਜਿਹੜਾ ਅਥੋਰਟੀ ਦਿੱਤੀ ਕਿ ਹੁਣ ਉਹ ਜਿਹੜੇ ਹੈਗੇ ਨੇ ਬਜਟ ਜਿਹੜਾ ਹੈਗਾ ਬਜਟ 'ਤੇ ਡਿਸਕਸ ਕਰ ਸਕਦੇ ਨੇ। ਐਂਡ ਐਡਰੈਸਿੰਗ ਦ ਕੁਐਸਚਨਸ ਟੂ ਦ ਐਗਜ਼ੈਕਟਿਵ। ਐਗਜ਼ੈਕਟਿਵ ਕੋਲੋਂ ਕੀ ਕੋਈ ਵੀ ਕੁਐਸਚਨ ਵੀ ਪੁੱਛ ਸਕਦੇ ਸੀ। ਠੀਕ ਹੈ, ਤਾਂ ਇਹ ਵੀ ਜਿਹੜਾ ਹੈਗਾ ਪ੍ਰੋਵੀਜ਼ਨ ਇਹਦੇ ਵਿੱਚ ਦਿੱਤੀ ਗਈ ਹੈ। ਠੀਕ ਹੈ, ਤਾਂ ਹੁਣ ਅੱਗੇ ਕੀ ਹੈ ਆਪਾਂ ਨੈਕਸਟ ਜਿਹੜਾ ਹੈਗਾ ਸੀ ਨੈਕਸਟ ਇੰਪੋਰਟੈਂਟ ਫੀਚਰ ਦੇ ਬਾਰੇ ਗੱਲ ਕਰਦੇ ਹੈ। ਇਟ ਪ੍ਰੋਵਾਈਡਡ ਫॉर द ਨੋਮੀਨੇਸ਼ਨ ਆਫ ਸਮ ਨੋਨ ਆਫੀਸ਼ੀਅਲ ਮੈਂਬਰਸ ਆਫ ਦ Central Legislative Council by the Viceroy on the recommendation of Bengal Chamber of Commerce। ठीक है, तो ਹੁਣ ਕੀ ਜੋ ਨੋਨ ਆਫੀਸ਼ੀਅਲ ਮੈਂਬਰ ਦੀ ਤੁਹਾਨੂੰ ਗੱਲ ਕਰ ਹੀ ਦਿੱਤੀ ਵੀ ਇੰਡੀਅਨ ਦੇ ਵਿੱਚੋਂ ਕੋਈ ਸੇ ਵੀ ਨੋਨ ਆਫੀਸ਼ੀਅਲ ਮੈਂਬਰ ਨੂੰ ਜਿਹੜਾ ਹੈਗਾ ਸੀ ਸੈਂਟਰਲ ਲੈਜਿਸਲੇਟਿਵ ਵਾਸਤੇ ਚੁਣਿਆ ਜਾ ਸਕਦਾ ਸੀ ਵਾਇਸਰੋਏ ਦੁਆਰਾ ਔਨ ਦਾ ਰੈਕਮੈਂਡੇਸ਼ਨ, ਜਿਹੜਾ ਕਿ ਬੰਗਾਲ ਚੈਂਬਰ ਦੀ ਕਮਰਸ ਜਿਹੜੇ ਹੈਗੇ ਬੰਗਾਲ ਚੈਂਬਰ ਆਫ ਕਮਰਸ ਦੁਆਰਾ ਜਿਹੜੇ ਹੈਗੇ ਸੀ ਕੋਈ ਵੀ ਜਿਹੜਾ ਉਹਨਾਂ ਨੂੰ ਕੀ ਦਿੱਤੀ ਜਾਂਦੀ ਸੀ, ਕੋਈ ਵੀ ਜਿਹੜੀ ਸਹੂਲਤ ਦਿੱਤੀ ਜਾਂਦੀ ਸੀ ਜਾਂ ਉਹਨਾਂ ਨੂੰ ਕੀ ਆਦੇਸ਼ ਦਿੱਤੇ ਜਾਂਦੇ ਸੀ ਤਾਂ ਵਾਇਸਰੋਏ ਜਿਹੜਾ ਹੈਗਾ ਸੀ ਉਹਦੀ ਰੈਕਮੈਂਡੇਸ਼ਨ 'ਤੇ ਜਿਹੜਾ ਹੈਗਾ ਸੀ ਉਹ ਆਦੀ ਕਿਸੇ ਵੀ ਮੈਂਬਰ ਨੂੰ ਨੋਨ ਆਫੀਸ਼ੀਅਲ ਮੈਂਬਰ ਚੁਣ ਸਕਦਾ ਸੀ। ਠੀਕ ਹੈ, that of the ਅੱਗੇ ਸੈਕਿੰਡ ਜਿਹੜਾ ਇੰਪੋਰਟੈਂਟ ਫੀਚਰ that of the provinces legislative councils by the governors on the recommendation of district boards, municipalities, universities, trade associations, zamindars and chambers। ਠੀਕ ਹੈ, ਤਾਂ ਹੁਣ ਕੀ ਜਿਹੜੀ ਸੀ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕਾਉਂਸਿਲ ਵਾਸਤੇ ਕਿਹਨਾਂ ਦੁਆਰਾ ਜਿਹੜੇ ਵੀ ਕਿਹਨਾਂ ਦੇ ਰੈਕਮੈਂਡ ਗਵਰਨਰ ਜਿਹੜੇ ਚੁਣ ਸਕਦੇ ਕਿਹਨਾਂ ਦੇ ਰੈਕਮੈਂਡੇਸ਼ਨ 'ਤੇ ਡਿਸਟ੍ਰਿਕਟ ਬੋਰਡਸ ਦੇ ਦੁਆਰਾ, ਮਿਊਨਿਸਪੈਲਿਟੀ ਉਹਨਾਂ ਨੂੰ ਰეკਮੈਂਡ ਕਰਦੀਆਂ ਨੇ ਵੀ ਤੁਸੀਂ ਸਾਨੂੰ ਜਿਹੜਾ ਹੈਗਾ ਕੋਈ ਨੂੰ ਕੋਈ ਨੁਮਾਇੰਦਾ ਦਿਓ, ਯੂਨੀਵਰਸਿਟੀਜ਼ ਉਹਨੂੰ ਕਹਿ ਸਕਦੀ ਟ੍ਰੇਡ ਐਸੋਸੀਏਸ਼ਨਸ ਜਾਂ ਜ਼ਮੀਨਦਾਰ ਜਾਂ ਫਿਰ ਚੈਂਬਰਸ ਜਿਹੜੇ ਵੀ ਚੈਂਬਰਸ ਹੈਗੇ ਸੀ ਉਸ ਟਾਈਮ ਜਿਹੜੇ ਹੈਗੇ ਸੀ ਉਹ ਉਹਨਾਂ ਨੂੰ ਕਹਿ ਸਕਦੇ ਸੀ। ਠੀਕ ਹੈ, ਤਾਂ ਇਸ ਬਾਰੇ ਜਿਹੜੀ ਕਿ ਗੱਲ ਕੀਤੀ ਗਈ। ਅੱਗੇ ਹੁਣ ਬਜਟ ਦੀ ਗੱਲ ਕਰਨੀ। ਠੀਕ ਹੈ, ਨੋਨ ਆਫੀਸ਼ੀਅਲਸ ਮੈਂਬਰ ਕੀ ਹੈਗੇ ਸੀ, ਨੋਨ ਆਫੀਸ਼ੀਅਲ ਮੈਂਬਰ ਇਲੈਕਸ਼ਨਸ ਦੁਆਰਾ ਚੁਣੇ ਜਾਂਦੇ ਸੀ ਬਟ ਐਕਚੁਅਲ 'ਚ ਇਲੈਕਸ਼ਨਸ ਦੀ ਸਹੀ ਤਰੀਕੇ ਨਾਲ ਗੱਲ ਇਸ ਐਕਟ ਦੇ ਵਿੱਚ ਨਹੀਂ ਕੀਤੀ ਗਈ। ਅਤੇ ਤੁਸੀਂ ਕਨਫਿਊਜ਼ ਨਹੀਂ ਹੋਣਾ ਵੀ ਇੰਡੀਅਨ ਕਾਊਂਸਿਲ ਦੇ ਐਕਟ ਆਫ 1892 ਦੇ ਵਿੱਚ ਕੀ ਹੈ ਜਿਹੜਾ ਹੈਗਾ ਇਲੈਕਸ਼ਨਸ ਦੀ ਗੱਲ ਕੀਤੀ ਗਈ, ਇਲੈਕਸ਼ਨਸ ਦੀ ਗੱਲ ਇਹਦੇ ਵਿੱਚ ਨਹੀਂ ਕੀਤੀ ਗਈ। ਮੈਂ ਤੁਹਾਨੂੰ ਇੱਥੇ ਸਾਈਡ 'ਤੇ ਥੋੜ੍ਹਾ ਜਿਹਾ ਦੱਸੇ ਹੋਏ ਇਨਡਾਇਰੈਕਟ ਪ੍ਰੋਵੀਜ਼ਨ ਫॉर ਯੂਜ਼ ਆਫ ਇਲੈਕਸ਼ਨਸ। ਠੀਕ ਹੈ, ਇਨਡਾਇਰੈਕਟ ਪ੍ਰੋਵੀਜ਼ਨ ਹੈਗੀ ਸੀ, ਐਕਚੁਅਲ 'ਚ ਜਿਹੜਾ ਹੈਗਾ ਇਸ ਵਿੱਚ ਜਿਹੜੇ ਹੈਗਾ ਸੀ ਇਲੈਕਸ਼ਨਸ ਦੀ ਗੱਲ ਨਹੀਂ ਕੀਤੀ ਗਈ। ਠੀਕ ਹੈ, ਤਾਂ ਹੁਣ ਬਜਟ ਕੀ ਹੈ, ਬਜਟ ਬਾਰੇ ਆਪਾਂ ਜਿਹੜੀ ਗੱਲ ਕੀਤੀ ਵੀ ਲੈਜਿਸਲੇਟਿਵ ਕਾਊਂਸਿਲ ਨੂੰ ਕੀ ਹੈ ਹੋਰ ਪਾਵਰਸ ਦਿੱਤੀਆਂ ਗਈਆਂ। ਠੀਕ ਹੈ, ਅਤੇ ਇਹ ਕੀ ਹੈ ਦਾ ਸਿਸਟਮ ਆਫ ਬਜਟ ਵਾਸ ਇੰਟਰੋਡਿਊਸਡ ਇਨ ਦਾ ਬ੍ਰਿਟਿਸ਼ ਇੰਡੀਆ ਇਨ 1860। ਠੀਕ ਹੈ, ਅਤੇ 1860 ਵਿੱਚ ਕੀ ਹੈ ਜਿਹੜਾ ਹੈਗਾ ਸੀ ਬਜਟ ਨੂੰ ਇੰਟਰੋਡਿਊਸ ਕੀਤਾ ਗਿਆ। ਠੀਕ ਹੈ, ਅੱਗੇ ਜਿਹੜਾ ਹੈਗਾ ਆਪਾਂ ਨੈਕਸਟ ਮੋਸਟ ਇੰਪੋਰਟੈਂਟ ਐਕਟ ਜਿਹੜਾ ਹੈਗਾ ਸੀ ਜਿਹੜਾ ਹੈ ਉਹ ਕੀ ਹੈ ਇੰਡੀਅਨ ਕਾਊਂਸਿਲ ਐਕਟ ਆਫ 1909। ਠੀਕ ਹੈ, ਜਾਂ ਫਿਰ ਕੀ ਇਹਨੂੰ ਕੀ ਕਿਹਾ ਜਾਂਦਾ ਮੋਰਲੇ ਮਿੰਟੋ ਰਿਫੋਰਮਸ। ਮੋਰਲੇ ਮਿੰਟੋ ਰਿਫੋਰਮਸ ਨਾਲ ਬਹੁਤ ਜ਼ਿਆਦਾ ਫੇਮਸ ਇਹ ਜਿਹੜਾ ਐਕਟ ਹੈਗਾ ਜਿਹੜਾ ਕਿ 1919 ਵਾਲਾ 1909 ਵਾਲਾ ਐਕਟ ਜਿਹੜਾ ਹੈਗਾ ਉਹਨੂੰ ਮੋਰਲੇ ਮਿੰਟੋ ਰਿਫੋਰਮਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ। ਇੰਡੀਅਨ ਕਾਊਂਸਿਲਸ ਐਕਟ ਆਫ 1909 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਤਾਂ ਇਹ ਤੁਸੀਂ ਧਿਆਨ ਰੱਖਣਾ। ਤਾਂ ਉਸ ਟਾਈਮ ਇਹਨੂੰ ਮੋਰਲੇ ਮਿੰਟੋ ਰਿਫੋਰਮਸ ਕਿਉਂ ਕਿਹਾ ਜਾਂਦਾ, ਲਾਰਡ ਮੋਰਲੇ ਵਾਜ਼ ਦਾ ਦੈਨ ਸੈਕਰਟਰੀ ਆਫ ਦਾ ਸਟੇਟ ਫॉर ਇੰਡੀਆ। ਠੀਕ ਹੈ, ਤਾਂ ਦੈਨ ਸੈਕਰਟਰੀ ਆਫ ਸਟੇਟ ਫॉर ਇੰਡੀਆ ਕੌਣ ਹੈਗਾ ਸੀ, ਉਹ ਹੈਗਾ ਸੀ ਲਾਰਡ ਮੋਰਲੇ ਐਂਡ ਲਾਰਡ ਮਿੰਟੋ ਵਾਜ਼ ਦਾ ਦੈਨ ਵਾਇਸਰੋਏ ਆਫ ਇੰਡੀਆ। ਠੀਕ ਹੈ, ਵਾਇਸਰੋਏ ਆਫ ਇੰਡੀਆ ਕੌਣ ਸੀ, ਉਹ ਹੈਗਾ ਸੀ ਮਿੰਟੋ। ਠੀਕ ਹੈ, ਤਾਂ ਲਾਰਡ ਮੋਰਲੇ ਕੌਣ ਹੈਗਾ ਸੀ, ਉਹ ਹੈਗਾ ਸੀ ਸੈਕਰਟਰੀ ਆਫ ਸਟੇਟ ਫॉर ਇੰਡੀਆ। ਠੀਕ ਹੈ, ਇਹਨਾਂ ਦੋਵਾਂ ਦੇ ਨਾਮ ਦੇ ਨਾਲ ਕੋਲੈਬੋਰੇਸ਼ਨ, ਇਹਨਾਂ ਦੋਵਾਂ ਦੇ ਨਾਮ ਨੂੰ ਜੁਆਇੰਟ ਕਰਕੇ ਠੀਕ ਹੈ ਉਸ ਟਾਈਮ ਦੇ ਜਿਹੜੇ ਹੈਗਾ ਸੀ ਉਹਨਾਂ ਦੋਵਾਂ ਦੇ ਇੱਕ ਵਾਇਸਰਾਏ ਅਤੇ ਇੱਕ ਸੈਕਟਰੀ ਆਫ ਸਟੇਟ ਨੂੰ ਕੀ ਦੋਵਾਂ ਦੇ ਨਾਮ ਜੋੜ ਕੇ ਕੀ ਹੈ ਇਹਨੂੰ ਨਾਮ ਦਿੱਤਾ ਗਿਆ ਮੋਰਲੇ ਮਿੰਟੋ ਰਿਫੋਰਮਸ। ਠੀਕ ਹੈ, ਅਤੇ ਧਿਆਨ ਰੱਖਣਾ ਹੁਣ ਮੋਰਲੇ ਮਿੰਟੋ ਰਿਫੋਰਮਸ ਜਿਹੜਾ ਹੈਗਾ ਸੀ ਹੈਗਾ ਉਹ ਕੀ ਬਹੁਤ ਇੰਪੋਰਟੈਂਟ ਹੈਗਾ। ਮਤਲਬ ਕਿ ਇਹਨਾਂ ਕੁਐਸਚਨਸ ਕਈ ਵਾਰ ਕੀ ਹੈ ਮੋਸਟ ਆਫ ਦਾ ਐਗਜ਼ਾਮ ਪੇਪਰਸ ਦੇ ਵਿੱਚ ਇਹ ਕੁਐਸਚਨ ਆਪਾਂ ਮਿਲ ਹੀ ਜਾਂਦੇ ਨੇ ਇਹਦੇ ਨਾਲ ਰਿਲੇਟਡ। ਠੀਕ ਹੈ, ਤਾਂ ਇਹਦੇ ਨਾਲ ਆਪਾਂ ਇਹਦੀ ਗੱਲ ਕਰਦੇ ਹੈਗੇ ਜਾਂ ਫਿਰ ਕਿ ਇਹਦੇ ਵਿੱਚ ਨਾਮ ਬਹੁਤ ਹੈ ਇਸ ਚੀਜ਼ ਦਾ। ਠੀਕ ਹੈ, ਇਹ ਵੀ ਕੁਐਸਚਨ ਪੁੱਛ ਲਿਆ ਜਾਂਦਾ ਵੀ ਇੰਡੀਅਨ ਕਾਊਂਸਿਲ ਐਕਟ ਆਫ 1909 ਦੇ ਵਿੱਚ ਜਿਹੜਾ ਹੈਗਾ ਸੀ ਉਸ ਟਾਈਮ ਸੈਕਰਟਰੀ ਆਫ ਸਟੇਟ ਕੌਣ ਸੀ, ਤਾਂ ਉਹ ਯਾਦ ਰੱਖਣਾ ਲਾਰਡ ਮੋਰਲੇ ਸੀ। ਜਾਂ ਫਿਰ ਇਹ ਵੀ ਪੁੱਛ ਲਿਆ ਜਾਂਦਾ ਵਾਇਸਰਾਏ ਕੌਣ ਸੀ, ਤਾਂ ਵਾਇਸਰਾਏ ਹੈਗਾ ਸੀ ਲਾਰਡ ਮਿੰਟੋ। ਠੀਕ ਹੈ, ਇਹ ਥੋੜ੍ਹਾ ਜਿਹਾ ਧਿਆਨ ਰੱਖਣਾ, ਥੋੜ੍ਹਾ ਕਨਫਿਊਜ਼ਨ ਕਰ ਲਓ ਕਿਉਂਕਿ ਜਾਂ ਆਪਾਂ ਕਨਫਿਊਜ਼ਨ ਕ੍ਰੀਏਟ ਕਰਦਾ ਹੀ ਕਰਦਾ। ਅੱਗੇ ਕੀ ਹੈ ਹੁਣ ਫੀਚਰਸ ਦੀ ਗੱਲ ਕਰਨੇ। It considerably increased the size of the legislative councils, both central and the provincial legislative। ठीक है, ऐसे councils। ठीक है, उनकी मतलब की है
सब तो पहला मेन फीचर इन्हें की हैगा सी, इन्होंने की किया भी जोड़ा है लैजिसलेटिव काउंसिल्स, चाहे सेंट्रल है चाहे प्रोविंशियल है, ठीक है प्रोविंशियल है मतलब सूबे के तौर पर सूबे के लैवल पर हैगी है, उन्होंने मैंबर्स की भी इनक्रीज़ किया, ठीक है किवें द नंबर ऑफ द मैंबर्स इन द सेंट्रल लैजिसलेटिव काउंसिल वॉज रेज्ड फ्रॉम 16 to 60, ठीक है 16 ਤੋਂ 60 ਜਿਹੜੇ ਹੈਗੇ ਸੀ ਇਹ ਮੈਂਬਰਸ ਨੂੰ ਕੀਤਾ ਗਿਆ, ठीक है सेंट्रल लैजिसलेटिव काउंसिल ਦੇ ਵਿੱਚ। द नंबर ऑफ द मैंबर्स इन प्रोविंशियल लैजिसलेटिव काउंसिल वाज नॉट यूनीफॉर्म, ਤੇ ਜਿਹੜੀ प्रोविंशियल लैजिसलेटिव काउंसिल ਹੈਗੇ ਸੀ ਉਹ ਉਸ ਟਾਈਮ ਜਿਹੜੇ ਹੈਗੇ ਸੀ ਉੱਥੋਂ ਦੇ ਮੈਂਬਰਸ ਜਿਹੜੇ ਹੈਗੇ ਯੂਨੀਫਾਰਮ ਨਹੀਂ ਹੈਗੇ। ਯੂਨੀਫਾਰਮ ਦਾ ਮਤਲਬ ਕੀ ਹੈਗਾ ਸੀ ਵੀ ਬਰਾਬਰ ਨਹੀਂ ਹੈਗੇ ਸੀ, ਕਿਸੇ ਦੇ ਕਿੰਨੇ ਹੈਗੇ ਸੀ ਕਿਸੇ ਦੇ ਕਿੰਨੇ ਹੈਗੇ ਸੀ, ਠੀਕ ਹੈ। ਤਾਂ ਅੱਗੇ ਨੈਕਸਟ ਇੰਪੋਰਟੈਂਟ ਫੀਚਰ ਵਾਲਾ ਆਪਾਂ ਵੱਧਦੇ ਹੈਗੇ ਇਸ ਐਕਟ 'ਤੇ, ਧਿਆਨ ਰੱਖਣਾ ਹੈ ਕਿਹੜਾ ਐਕਟ ਹੈਗਾ ਇਹ ਐਕਟ ਹੈਗਾ ਇੰਡੀਅਨ ਕਾउंसिल्स एक्ट 1909 ਜਾਂ ਫਿਰ ਕੀ ਇਹਨੂੰ ਕਿਹਾ ਮੋਰਲੇ ਮਿੰਟੋ ਰਿਫਾਰਮਸ ਵੀ ਕਿਹਾ ਜਾਂਦਾ, ਠੀਕ ਹੈ। ਤਾਂ ਸੈਕਿੰਡ ਜਿਹੜਾ ਇੰਪੋਰਟੈਂਟ ਫੀਚਰ ਹੈਗਾ ਇਹਦਾ ਉਹ ਹੈਗਾ ਇਟ ਪ੍ਰੋਵਾਈਡਡ ਫॉर द फर्स्ट टाइम फॉर द एसोसिएशन ऑफ इंडियंस विद द एग्जीक्यूटिव काउंसिल ऑफ द वाइसरॉय एंड द गवर्नर्स, ठीक है। तो ਹੁਣ ਕਿ ਸਭ ਤੋਂ ਪਹਿਲੀ ਵਾਰ ਜਿਹੜਾ ਹੈਗਾ ਸੀ ਇੰਡੀਅਨਸ ਨੂੰ ਕੀ ਹੈ ਐਸੋਸੀਏਟ ਕੀਤਾ ਗਿਆ, ਉਹਨਾਂ ਨੂੰ ਨਾਲ ਜੋੜਿਆ ਗਿਆ ਐਗਜ਼ੀਕਿਊਟਿਵ ਕਾउंसिल ਦੇ ਵਿੱਚ। ਐਗਜ਼ੀਕਿਊਟਿਵ ਕਾउंसिल ਮਤਲਬ ਕਿ ਜਿਹੜੇ ਐਗਜ਼ੀਕਿਊਟ ਕਰਦੇ ਸੀ ਲਾਅ ਬਣਾਉਂਦੇ ਸੀ ਉਹਨਾਂ ਨੂੰ ਇੰਪਲੀਮੈਂਟ ਕਰਦੇ ਸੀ ਲੋਕਾਂ 'ਤੇ, ਠੀਕ ਹੈ। ਉਹ ਕੀ ਹੈ ਵਾਇਸਰਾਏ ਤੇ ਗਵਰਨਰ ਦੀ ਕਾउंसिल ਦੇ ਵਿੱਚ। ਅੱਗੇ ਕੀ ਹੈਗਾ ਜਿਹੜਾ ਹੈਗਾ ਸੀ ਸਭ ਤੋਂ ਪਹਿਲਾਂ ਜਿਹੜੇ ਹੈਗੇ ਸੀ ਸਤਿੰਦਰ ਪ੍ਰਸਾਦ ਸਿਨਹਾ ਜਿਹੜੇ ਹੈਗੇ ਸੀ ਬਿਕੇਮ ਦਾ ਫਰਸਟ ਇੰਡੀਅਨ ਟੂ ਜੁਆਇਨ ਦਾ ਵਾਇਸਰਾਇਜ਼ ਕਾउंसिल ਜਾਂ ਫਿਰ ਇਹਨੂੰ ਕੀ ਹੈ ਐਗਜ਼ੀਕਿਊਟਿਵ ਕਾउंसिल ਵੀ ਕਿਹਾ ਜਾਂਦਾ ਸੀ ਵਾਇਸਰਾਇਜ਼ ਐਗਜ਼ੀਕਿਊਟਿਵ ਕਾउंसिल। ਹੀ ਵਾਜ਼ ਅਪੋਇੰਟਡ ਐਜ਼ ਦਾ ਲਾਅ ਮਿਨਿਸਟਰ, ਠੀਕ ਹੈ। ਤਾਂ ਸਤਿੰਦਰ ਨਾਥ ਸਿਨਹਾ ਜਿਹੜਾ ਹੈਗਾ ਸੀ ਪਹਿਲੇ ਜਿਹੜੇ ਹੈਗੇ ਆਪਣੇ ਭਾਰਤੀ ਹੈਗੇ ਸੀ ਜਿਹਨੇ ਕੀ ਹੈ ਵਾਇਸਰਾਏ ਦੇ ਐਗਜ਼ੀਕਿਊਟਿਵ ਕਾउंसिल ਦੇ ਵਿੱਚ ਕਾਰਜਪਾਲਿਕਾ ਦੇ ਵਿੱਚ ਹਿੱਸਾ ਲਿਆ, ਉਹਦੇ ਵਿੱਚ ਮਤਲਬ ਉਹਨੂੰ ਚੁਣਿਆ ਗਿਆ ਅਤੇ ਉਹਨੂੰ ਸਭ ਤੋਂ ਪਹਿਲਾਂ ਕੀ ਹੈ ਉਹਨਾਂ ਨੂੰ ਲਾਅ ਮਿਨਿਸਟਰ ਬਣਾਇਆ ਗਿਆ, ਠੀਕ ਹੈ ਕਾਨੂੰਨ ਮੰਤਰੀ ਬਣਾਇਆ ਗਿਆ। ਹੁਣ ਇਸ ਤੋਂ ਬਾਅਦ ਕੀ ਜਿਹੜਾ ਹੈਗਾ ਇਹਦਾ ਮੋਸਟ ਇੰਪੋਰਟੈਂਟ ਫੈਕਟ ਜਿਹੜਾ ਹੈਗਾ ਸੀ ਜਿਹਨੂੰ ਆਪਾਂ ਮਤਲਬ ਕਿ ਨਾ ਵੀ UPSC ਦੇ ਵਿੱਚ ਵੀ ਇਹਦੇ ਇੱਕ ਕੁਐਸਚਨ ਮਤਲਬ ਇਹ ਟੌਪਿਕ ਬਹੁਤ ਹੌਟ ਟੌਪਿਕ ਹੈਗਾ, ਠੀਕ ਹੈ। ਇਹਦੇ ਬਾਰੇ ਡਿਸਕਸ਼ਨ ਬਹੁਤ ਹੁੰਦੀ ਹੈ, ਠੀਕ ਹੈ। ਤਾਂ PPSC ਦੇ ਵਿੱਚ ਵੀ ਇਸ PCS ਦੇ ਵਿੱਚ ਵੀ ਇਸ ਦੀ ਗੱਲ ਕਰ ਦਿੱਤੀ ਜਾਂਦੀ ਹੈ। ਇਟ ਇੰਟਰੋਡਿਊਸਡ ਅ ਸਿਸਟਮ ਆਫ communal representation for Muslims by accepting the concept of separate electorate, ठीक है। तो मतलब ਕੀ ਹੈ ਇਹਨਾਂ ਨੇ ਕੀ ਹੈ ਕਮਿਊਨਲ ਰਿਪਰੈਜ਼ੈਂਟੇਸ਼ਨ ਮਤਲਬ ਕੀ ਹੁੰਦਾ ਵੀ ਕਮਿਊਨਲ ਤੌਰ 'ਤੇ ਮਤਲਬ ਕਿ ਜਾਤੀ ਦੇ ਤੌਰ 'ਤੇ ਜਿਹੜਾ ਫਿਰ ਕਿ ਜਾਂ ਧਰਮ ਦੇ ਨਾਮ 'ਤੇ ਕੀ ਹੈ ਜਿਹੜਾ ਹੈਗਾ ਇਹਨਾਂ ਨੂੰ ਕੀ ਜਿਹੜਾ ਮੁਸਲਿਮਸ ਨੂੰ ਕੀ ਐਕਸੈਪਟ ਕੀਤਾ ਕਨਸੈਪਟ ਨੂੰ ਸੈਪਰੇਟ ਇਲੈਕਟੋਰੇਟ ਮਤਲਬ ਕੀ ਹੈ ਉਹਨਾਂ ਨੂੰ ਕੀ ਇੱਕ ਜਿਹੜਾ ਵੱਖਰੇ ਤੌਰ 'ਤੇ ਉਹਨਾਂ ਨੂੰ ਕੀ ਜਿਹੜਾ ਹੈਗਾ ਅਧਿਕਾਰ ਦਿੱਤਾ ਗਿਆ ਉਹ ਕੀ ਆਦੇ ਮੈਂਬਰਸ ਨੂੰ ਚੁਣ ਸਕਦੇ ਸੀ, ਠੀਕ ਹੈ। ਇਹਨੂੰ ਕੀ ਸੈਪਰੇਟ ਇਲੈਕਟੋਰੇਟ ਕਿਹਾ ਗਿਆ, ਠੀਕ ਹੈ। ਅੰਡਰ ਦਿਸ ਐਕਟ Muslim members were to be elected only by Muslim voters, ठीक है। ਹੁਣ ਜਿਹੜੇ ਮੁਸਲਿਮ ਮੈਂਬਰਸ ਹੁੰਦੇ ਸੀ ਇਸ ਐਕਟ ਦੇ ਦੁਆਰਾ ਕੀ ਕੀਤਾ ਗਿਆ ਇਸ ਐਕਟ ਦੇ ਤਹਿਤ ਇਹ ਗੱਲ ਕੀਤੀ ਗਈ ਵੀ ਜਿਹੜੇ ਮੁਸਲਿਮ ਮੈਂਬਰਸ ਹੋਣਗੇ ਜਿਹੜੇ ਮੁਸਲਿਮ ਰਿਪਰੈਜ਼ੈਂਟੇਟਿਵਸ ਹੋਣਗੇ ਉਹਨਾਂ ਨੂੰ ਕੀ ਮੁਸਲਿਮ ਵੋਟਰਸ ਹੀ ਚੁਣਨਗੇ, ਹੋਰ ਕੋਈ ਨਹੀਂ ਚੁਣੇਗਾ, ਠੀਕ ਹੈ। ਨਾ ਹਿੰਦੂ ਚੁਣੇਗਾ ਨਾ ਸਿੱਖ ਚੁਣੇਗਾ ਨਾ ਕ੍ਰਿਸਚਨ ਚੁਣੇਗਾ, ਠੀਕ ਹੈ। ਮੁਸਲਿਮ ਨੂੰ ਮੁਸਲਿਮ ਹੀ ਚੁਣਨਗੇ, ਇਹ ਸਿਰਫ ਮੁਸਲਿਮ ਵਾਸਤੇ ਹੈਗੀ ਸੀ ਪ੍ਰੋਵੀਜ਼ਨ। ਦਸ ਲੀਗਲਾਈਜ਼ਡ ਕਮਿਊਨਲਿਜ਼ਮ ਐਂਡ लॉर्ड मिंटो केम टू बी नोन एज फादर ऑफ कम्यूनल इलैक्टोरेट, ठीक है। तो कम्यूनल इलैक्टोरेट फादर ऑफ कम्यूनल इलैक्टोरेट क्वेश्चन आ ही जाता है। तो एक ही है लॉर्ड मिंटो, ठीक है। लॉर्ड मिंटो को कहा जाता है फादर ऑफ कम्यूनल इलैक्टोरेट। तो लॉर्ड मिंटो कौन सी एक सी वाइसरॉय ऑफ इंडिया ड्यूरिंग 1909, ठीक है ड्यूरिंग द टाइम पीरियड ऑफ 1909। तो ये जोड़ा है अपने जोड़े अज के एक्ट है जिन्हों ने आप भी क्राउन रूल ਦੇ ਵਿੱਚ ਆਪਾਂ ਇਹਨਾਂ ਨੂੰ ਡਿਸਕਸ ਕੀਤਾ। ਤਾਂ ਇਹ ਜਿਹੜੇ ਹੈਗੇ ਸੀ ਤਿੰਨ ਚਾਰ ਆਪਾਂ ਕੀਤੇ ਹੈ, ਬਾਕੀ ਆਪਾਂ ਜਿਹੜੇ ਹੈਗੇ ਨੇ ਉਹ ਆਪਾਂ ਕਰਾਂਗੇ ਕੱਲ੍ਹ ਦੀ ਕਲਾਸ ਦੇ ਵਿੱਚ, ਠੀਕ ਹੈ। ਇਹਦੇ ਵਿੱਚ ਅਗਰ ਨੈਕਸਟ ਦੇ ਵਿੱਚ ਰਹਿ ਗਿਆ 1919 ਵਾਲਾ 1935 ਤੇ ਇੰਡੀਪੈਂਡੈਂਸ ਐਕਟ 1947 ਵਾਲਾ, ਠੀਕ ਹੈ। ਤੇ ਤਿੰਨ ਐਕਟ ਰਹਿ ਗਏ ਨੇ ਇਹ ਆਪਾਂ ਕੱਲ੍ਹ ਦੀ ਕਲਾਸ ਦੇ ਵਿੱਚ ਸਮ ਅਪ ਕਰ ਦਾਂਗੇ। ਤਾਂ ਅੱਜ ਦੀ ਕਲਾਸ ਵਾਸਤੇ ਇੰਨਾ ਹੀ। ਆਈ ਹੋਪ ਤੁਹਾਨੂੰ ਮੇਰਾ ਲੈਕਚਰ ਵਧੀਆ ਲੱਗਿਆ ਹੋਏਗਾ। ਜੇ ਵਧੀਆ ਲੱਗਿਆ ਹੋਏ ਤਾਂ ਕਮੈਂਟਸ ਦੇ ਵਿੱਚ ਤੁਸੀਂ ਜ਼ਰੂਰ ਆਪਦਾ ਜਵਾਬ ਲਿਖਣਾ। ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਸਟਰ ਸਿੰਘ ਐਜੂਕੇਸ਼ਨਸ। ਇਹ ਚੈਨਲ ਤੁਹਾਨੂੰ ਹੈਲਪਫੁਲ ਸਿੱਧ ਹੋਏਗਾ ਪੋਲੀਟੀਕਲ ਸਾਇੰਸ ਵਾਸਤੇ, ਠੀਕ ਹੈ। ਹੌਲੀ ਹੌਲੀ ਕਰਕੇ ਕੀ ਹੈ ਮੈਂ ਹੋਰ ਵੀ ਸਬਜੈਕਟਸ ਇਨਕੋਰਪੋਰੇਟ ਕਰਾਂਗੇ ਇਸ ਵਿੱਚ, ਇਹਨਾਂ ਨੂੰ ਇਨਕੋਰਪੋਰੇਟ ਕਰਾਂਗੇ ਜਿਵੇਂ ਕਿ ਹੋ ਗਿਆ ਜਿਓਗ੍ਰਾਫੀ ਹੋ ਗਿਆ, ਠੀਕ ਹੈ। ਜਿਓਗ੍ਰਾਫੀ ਨੂੰ ਮਤਲਬ ਕਿ ਨਾ ਮੈਂ ਟੌਪਿਕਸ ਨੂੰ ਕੋਸ਼ਿਸ਼ ਕਰਾਂਗੇ ਥੋੜਾ ਡੈਪਥ 'ਚ ਕਰਾਵਾਂ, ਠੀਕ ਹੈ। ਤਾਂ ਜਿਓਗ੍ਰਾਫੀ ਹੋ ਗਿਆ ਹੌਲੀ ਹੌਲੀ ਆਪਾਂ ਸਟਾਰਟ ਕਰਾਂਗੇ, ਹਿਸਟਰੀ ਵੀ ਸਟਾਰਟ ਕਰ ਦਾਂਗੇ, ਠੀਕ ਹੈ। ਕਈ ਵਾਰ ਕੀ ਹੁੰਦਾ ਵੀ ਹਿਸਟਰੀ ਨੂੰ ਲਰਨ ਕਰਨਾ ਔਖਾ ਹੋ ਜਾਂਦਾ, ਠੀਕ ਹੈ। ਤਾਂ ਥੈਂਕ ਯੂ ਗਾਈਜ਼, ਬਾਏ ਬਾਏ ਗਾਈਜ਼।